गुंताज जी दे ते जपनूर जी दे बहुत बहुत धन्यवादी हैं कि उन्होंने साडे नाल गुरबाणी दे खजाने विचों इतने कीमती दो शब्द साडे नाल सांझ कीते ते आई थिंक ये साडे आने वाले समय वास्ते बहुत ही खुशी की गल है कि
ਸਾਡੇ ਪਰਿਵਾਰਾਂ ਦੇ ਬੱਚੇ ਵੀ with the help of their parents ਅਸੀਂ ਉਹਨਾਂ ਨੂੰ ਇੱਕ ਚੰਗਾ environment ਦੇ ਪਾ ਰਹੇ ਹਾਂ ਤੇ ਚੰਗਾ ਮਾਹੌਲ ਦੇ ਪਾ ਰਹੇ ਹਾਂ ਜਿਸ ਨਾਲ ਉਹ ਵੀ ਇਸ ਡਾਇਰੈਕਸ਼ਨ ਵਿੱਚ ਚੱਲਣ ਲਈ ਤਿਆਰ ਹਨ ਤੇ ਲਾਸਟ ਵੀਕ ਜੋ ਸਾਡਾ ਟੌਪਿਕ ਚੱਲ ਰਿਹਾ ਸੀ ਉਹਦੇ ਵਿੱਚ ਵੀਰ ਜੀ ਨੇ ਸਾਡੇ ਨਾਲ ਸਾਂਝ ਕੀਤਾ ਸੀ ਕਿ ਪਹਿਲਾਂ ਤਾਂ ਮੂੰਹ ਖੋਲਣਾ ਕੀ ਹੁੰਦਾ ਹੈ ਤੇ ਫਿਰ ਉਸੇ ਲੜੀ ਵਿੱਚ ਵੀਰ ਜੀ ਨੇ ਸਾਡੇ ਨਾਲ ਸਾਂਝ ਕੀਤੀ ਕਿ ਮਨ ਦੇਣਾ ਕੀ ਹੁੰਦਾ ਹੈ ਤੇ ਇਹ ਵੀ ਸਾਂਝ ਕੀਤੀ ਕਿ ਜਿਵੇਂ ਦੁਨੀਆ ਦੀ ਕਰੰਸੀ ਦੇ ਵਿੱਚ ਜਿਹੜਾ ਕੋਈ ਕਰੰਸੀ ਚੱਲਦੀ ਹੈ ਕੋਈ ਪੈਸਾ ਚੱਲਦਾ ਹੈ ਉਸਨੂੰ ਰੁਪਇਆ ਉਸਨੂੰ ਸੋਨੇ ਜਾਂ ਉਸਨੂੰ ਅਲੱਗ-ਅਲੱਗ ਚੀਜ਼ਾਂ ਨਾਲ ਤੋਲਿਆ ਜਾਂਦਾ ਹੈ ਪਰ ਧਾਰਮਿਕ ਦੁਨੀਆ ਦੇ ਵਿੱਚ ਜਿਹੜੀ ਮੰਗ ਹੈ ਜਿਹੜੀ ਡਿਮਾਂਡ ਹੈ ਉਹ ਮੁੱਲ ਜਿਹੜਾ ਹੈ ਉਹ ਮਨ ਦੇਣਾ ਹੀ ਹੈ ਤੇ ਅਸੀਂ ਗੁਰਬਾਣੀ ਵਿੱਚੋਂ ਇਹ ਪੰਕਤੀ ਵੀ ਸਾਂਝ ਕੀਤੀ ਸੀ ਕਿ ਜਿਸ ਪਿਆਰੇ ਸਿਉਨੇ ਤਿਸ ਆਗੇ ਮਰ ਚੱਲੀਏ ਤੇ ਇਹ ਵੀ ਉਹਨਾਂ ਨੇ ਸਾਡੇ ਨਾਲ ਸਾਂਝ ਕੀਤੀ ਕਿ ਜਦੋਂ ਸਾਡਾ ਕਿਸੇ ਨਾਲ ਗੂੜਾ ਪ੍ਰੇਮ ਪੈ ਜਾਂਦਾ ਹੈ ਜਦੋਂ ਸਾਡਾ ਕਿਸੇ ਨਾਲ ਗੂੜਾ ਪਿਆਰ ਪੈ ਜਾਂਦਾ ਹੈ ਤਾਂ ਫਿਰ ਸਾਡਾ ਚਿੱਤ ਕਰਦਾ ਹੈ ਕਿ ਅਸੀਂ ਉਸ ਦੀ ਹਰ ਗੱਲ ਮੰਨੀਏ ਤੇ ਇਹ ਸਾਂਝ ਕਰਕੇ ਵੀ ਉਹਨਾਂ ਨੇ ਸਾਡੇ ਨਾਲ ਇਸ ਉੱਤੇ ਹੋਰ ਰੋਸ਼ਨੀ ਪਾਈ ਸੀ ਕਿ ਇਹ ਕਿਸੇ ਮਨਚਲੇ ਕੋਈ ਮੁੰਡੇ ਕੁੜੀ ਦਾ ਜਾਂ ਕੋਈ ਮੋਹ ਨਾਲ ਭਰਿਆ ਹੋਇਆ ਕੋਈ ਅੰਨਾ ਵੇਗ ਨਹੀਂ ਹੈ ਕਿ ਜਿਹੜਾ ਦੂਜੇ ਦੀ ਐਕਸਪਲੋਇਟੇਸ਼ਨ ਦੀ ਗੱਲ ਕਰਦਾ ਹੈ ਜਾਂ ਫਿਰ ਦੂਜੇ ਨੂੰ ਯੂਜ਼ ਕਰਨਾ ਚਾਹੁੰਦਾ ਹੈ ਜਾਂ ਫਿਰ ਦੂਜਾ ਬਿਲਕੁਲ ਅੰਨਾ ਹੋਇਆ ਦੂਜੇ ਮਨੁੱਖ ਦੀਆਂ ਸਾਰੀਆਂ ਗੱਲਾਂ ਮੰਨਣਾ ਚਾਹੇ ਇਹ ਮਨ ਦੇਣ ਦੀ ਗੱਲ ਉਸ ਰੈਫਰੈਂਸ ਨਾਲ ਕੀਤੀ ਗਈ ਸੀ ਕਿ ਜਿਹਦੇ ਨਾਲ ਮੇਰਾ ਆਤਮਿਕ ਸਤਰ ਉੱਚਾ ਹੁੰਦਾ ਹੈ ਜਿਹਦੇ ਨਾਲ ਮੇਰੀ ਜ਼ਿੰਦਗੀ ਦੀ ਡਾਇਰੈਕਸ਼ਨ ਬੈਟਰ ਹੁੰਦੀ ਹੈ ਜਿਹਦੇ ਨਾਲ ਮੇਰਾ ਲੋਕਾਂ ਨਾਲ ਬੋਲਚਾਲ ਲੋਕਾਂ ਵੱਲ ਤੱਕਣੀ ਲੋਕਾਂ ਨਾਲ ਵਿਵਹਾਰ ਇਹ ਸਾਰੀਆਂ ਜ਼ਿੰਦਗੀ ਦੀਆਂ ਮੂਲ ਕੀਮਤਾਂ ਜਿਹੜੀਆਂ ਨੇ ਉਹ ਸੁਧਰਦੀਆਂ ਨੇ ਤਾਂ ਹੀ ਮੇਰਾ ਸਹੀ ਮਾਇਨੇ ਵਿੱਚ ਮਨ ਦਿੱਤਾ ਗਿਆ ਕਿਉਂਕਿ ਜੇਕਰ ਅਸੀਂ ਇਸ ਨੂੰ ਗੁਰਬਾਣੀ ਦੇ ਸੰਦਰਭ ਵਿੱਚ ਵੇਖਦੇ ਹਾਂ ਤਾਂ ਸਾਨੂੰ ਇਹ ਗੱਲ ਹੋਰ ਕਲੀਅਰ ਹੁੰਦੀ ਹੈ ਕਿ ਜਦੋਂ ਗੁਰੂ ਪਾਤਸ਼ਾਹ ਬਾਣੀ ਲਿਖਦੇ ਨੇ ਮਨ ਵੇਚੈ ਸਤਿਗੁਰ ਕੇ ਪਾਸ ਤਾਂ ਜਦੋਂ ਅਸੀਂ ਕਿਸੇ ਕੋਲ ਵਿਦਆਊਟ ਐਨੀ ਡਿਮਾਂਡ ਵਿਦਆਊਟ ਐਨੀ ਕੰਡੀਸ਼ਨ ਸਰੈਂਡਰ ਕਰਦੇ ਹਾਂ ਤਾਂ ਇਟ ਮੀਨਸ ਕਿ ਅਸੀਂ ਉਸ ਨੂੰ ਸਮਰਪਣ ਕਰਦੇ ਹਾਂ ਤੇ ਇਹ ਉਹ ਸਮਰਪਣ ਦਾ ਨਤੀਜਾ ਹੀ ਹੁੰਦਾ ਹੈ ਕਿ ਸਾਡੀ ਲਾਈਫ ਬੈਟਰ ਹੁੰਦੀ ਜਾਂਦੀ ਹੈ ਕਿਉਂਕਿ ਜੇ ਸਮਰਪਣ ਨਹੀਂ ਹੈ ਤਾਂ ਭਰੋਸਾ ਨਹੀਂ ਹੈ ਜੇ ਭਰੋਸਾ ਨਹੀਂ ਹੈ ਤਾਂ ਹਰ ਵੇਲੇ ਮਨ ਵਿੱਚ ਦੁਬਿਧਾ ਹੈ ਜੇ ਦੁਬਿਧਾ ਹੈ ਤਾਂ ਦੁਚਿੱਤਾਪਨ ਹੈ ਜੇ ਦੁਚਿੱਤਾਪਨ ਹੈ ਤਾਂ ਸਾਡੀ ਬਹੁਤ ਸਾਰੀਆਂ ਚੀਜ਼ਾਂ ਉੱਤੇ ਟੇਕ ਰਹਿੰਦੀ ਹੈ ਸੋ ਅਸੀਂ ਵੀਰ ਜੀ ਨੂੰ ਰਿਕੁਐਸਟ ਕਰਾਂਗੇ ਕਿ ਸਾਨੂੰ ਅੱਜ ਉਹ ਸਿਰ ਦੇਣਾ ਦਾ ਜਿਹੜਾ ਨਵਾਂ ਟੌਪਿਕ ਹੈ ਉਹ ਵੀ ਸਾਡੇ ਨਾਲ ਸਾਂਝ ਕਰਨ ਤੇ ਜੋ ਵੀ ਉਹ ਇਸ ਮਨ ਦੇਣਾ ਨੂੰ ਕਨਕਲੂਡ ਕਰਨ ਵਾਸਤੇ ਹੋਰ ਐਡ ਔਨ ਕਰਨਾ ਚਾਹੁੰਦੇ ਨੇ ਪਲੀਜ਼ ਉਹ ਇਹਦੇ ਵਿੱਚ ਐਡ ਔਨ ਕਰਨ ਤੇ ਸਾਡੇ ਨਾਲ ਅੱਜ ਦੀ ਵਿਚਾਰ ਅੱਗੇ ਟੋਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਕਾਰ ਅਸਲਾਮ ਅਲੈਕਮ ਗੁੱਡ ਮਾਰਨਿੰਗ ਗੁੱਡ ਈਵਨਿੰਗ ਅਮਨ ਜੀ ਤੁਹਾਡਾ ਇਹ ਪ੍ਰੋਗਰਾਮ ਸ਼ੁਰੂ ਕਰਨ ਦਾ ਥੈਂਕ ਯੂ ਤੇ ਜਿਸ ਤਰ੍ਹਾਂ ਤੁਸੀਂ ਸਾਡੇ ਪਿਆਰੇ ਵੀਰ ਤੇਜਵੀਰ ਜੀ ਦੇ ਨਾਲ ਮਿਲ ਕੇ ਉਹਨਾਂ ਦੀਆਂ ਪਿਆਰੀਆਂ ਬੱਚੀਆਂ
ਜਸਨੂਰ ਤੇ ਗੁਣਤਾਸ ਨਾਲ ਜਿਹੜਾ ਪਹਿਲਾਂ ਸ਼ਬਦ ਦੀ ਗਾਇਕੀ ਕੀਤੀ ਹੈ ਉਹਦਾ ਵੀ ਬਹੁਤ ਬਹੁਤ ਧੰਨਵਾਦ ਹੈ। ਔਰ ਇਹ ਬੱਚੇ ਇਸ ਤਰ੍ਹਾਂ ਕਰਦੇ ਰਹਿਣ ਤੇ ਥੈਂਕਸ ਅ ਲੋਟ, ਕਿਉਂਕਿ ਉਹਦੇ ਨਾਲ ਸਾਡਾ ਫਿਊਚਰ ਵਿੱਚ ਇਹਨਾਂ ਬੱਚਿਆਂ ਦਾ ਵੀ ਸਹੀ ਰਾਹ ਬਣਦਾ ਹੈ ਤੇ ਉਹਦੇ ਵਾਸਤੇ ਉਹਨਾਂ ਦੇ ਪੇਰੈਂਟਸ ਦੀ ਮਿਹਨਤ ਔਰ ਬੱਚਿਆਂ ਦੀ ਮਿਹਨਤ ਕਾਰਗਰ ਹੁੰਦੀ ਹੈ। ਤੇ ਸਾਨੂੰ ਆਪਣੇ ਇਸ ਜਿਹੜਾ ਸਮਾਜ ਹੈ, ਸਮਾਜ ਦੇ ਭਲੇ ਵਾਸਤੇ ਬਹੁਤ ਚੰਗੇ ਚੰਗੇ ਕੰਮ ਕਰਨ ਦਾ ਚਾਂਸ ਬਣਦਾ ਹੈ। ਸਾਨੂੰ ਵੀ ਸੁੱਖ ਪਹੁੰਚਦਾ ਹੈ ਤੇ ਸਮਾਜ ਨੂੰ ਵੀ ਸੁੱਖ ਪਹੁੰਚਦਾ ਹੈ। ਸੋ ਸਾਰਿਆਂ ਦਾ ਧੰਨਵਾਦ। ਅਸੀਂ ਆਪਣੇ ਟੌਪਿਕ ਤੇ ਜਿਸ ਤਰ੍ਹਾਂ ਕਿ ਅਮਨਵੀਰ ਜੀ ਤੁਸੀਂ ਦੱਸਿਆ, ਅਸੀਂ ਟੌਪਿਕ ਤੇ ਆਉਣ ਤੋਂ ਪਹਿਲਾਂ ਅਸੀਂ ਵਿਚਾਰ ਚੁੱਕੇ ਹਾਂ ਵਿਵੇਕ ਬੁੱਧੀ ਕੀ ਹੁੰਦਾ ਹੈ। ਸੋ ਅਸੀਂ ਕਿੱਥੋਂ ਵਿਚਾਰ ਰਹੇ ਹਾਂ? ਸਾਡੇ ਲਿਵਿੰਗ ਟ੍ਰੈਜਰ ਦੀ ਇੱਕ ਪੁਸਤਕ ਹੈ ਗੁਰਬਾਣੀ ਦੇ ਚਾਨਣ ਚ ਅਖਾਣ। ਅਖਾਣ ਮੀਨਸ ਈਡੀਅਮਸ, ਫਰੇਜ਼ਿਸ, ਮੈਟਾਫਰਸ, ਵਰਨੈਕੂਲਰਸ, ਇਲੂਸ਼ਨਸ, ਜਿਹੜੇ ਸੀਨ ਕੋਈ ਦ੍ਰਿਸ਼ਟਾਂਤ ਦਿੱਤੇ ਗਏ ਨੇ, ਜਿਸ ਤਰ੍ਹਾਂ ਨਿੰਮ ਦਾ ਹੁੰਦਾ ਹੈ, ਬਗਲੇ ਦਾ ਹੁੰਦਾ ਹੈ, ਕਿੱਕਰ ਦਾ ਹੁੰਦਾ ਹੈ, ਬੇਰੀ ਦੇ ਕੰਡੇ ਦਾ ਹੁੰਦਾ ਹੈ, ਕੋਮਲਤਾ ਵਾਸਤੇ ਕੇਲੇ ਦੇ ਪੇੜ ਦਾ ਹੁੰਦਾ ਹੈ। ਇਸ ਤਰ੍ਹਾਂ ਗੁਰਬਾਣੀ 'ਚ ਬਹੁਤ ਸਾਰੇ ਐਸੀਆਂ ਟਰਮਸ ਯੂਜ਼ ਕੀਤੀਆਂ ਗਈਆਂ ਔਰ ਪ੍ਰਚਲਿਤ ਈਡੀਅਮਸ ਜਾਂ ਫਰੇਜ਼ਿਸ ਜਾਂ ਦੁਨੀਆ 'ਚੋਂ ਪ੍ਰਚਲਿਤ ਕੁਛ ਜਿਹੜੀਆਂ ਸਾਰੀ ਦੁਨੀਆ ਨੂੰ ਹਸਤੀਆਂ ਦੇ ਬਾਰੇ ਸਮਝ ਹੈ, ਉਹ ਉਹਨਾਂ ਦੀ ਜ਼ਬਾਨ ਤੇ ਚੜਿਆ ਹੋਇਆ ਹੈ ਤੇ ਉਹਨਾਂ ਦੀ ਗੱਲ ਵੀ ਕਰਦੇ ਨੇ। ਜੇ ਅਸੀਂ ਅੱਜ ਆਪਣੇ ਬੱਚੇ ਨੂੰ ਕਹਿਣਾ ਹੋਏ ਕਿ ਬਹੁਤ ਸੋਹਣਾ ਖੇਡਦਾ ਤੇ ਅਸੀਂ ਕਹਿ ਦਿੰਦੇ ਹਾਂ ਇਹ ਤੇ ਬਿਲਕੁਲ ਕੱਲ ਦਾ ਟੰਡੂਲਕਰ ਹੈ, ਉਹ ਜੀ ਹੈ ਤੇ ਵਿਰਾਟ ਕੋਹਲੀ ਹੈ, ਇਸ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ। ਪਰ ਉਹ ਕਹਿਣ ਵਿੱਚ ਸਾਡਾ ਮਕਸਦ ਵਿਰਾਟ ਕੋਹਲੀ ਔਰ ਟੰਡੂਲਕਰ ਨਾਲ ਇਤਨਾ ਹੀ ਹੁੰਦਾ ਹੈ ਕਿ ਉਹਨਾਂ ਦੀ ਪਰਸਨਲ ਲਾਈਫ ਵਿੱਚ ਉਹ ਕੌਣ ਹਨ, ਕੀ ਕਰਦੇ ਹਨ, ਇਸ ਗੱਲ ਦੇ ਬਦਲੇ ਸਿਰਫ ਉਹਨਾਂ ਦਾ ਇੱਕ ਪੱਖ ਲਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਉਹ ਵਧੀਆ ਖੇਡਦੇ ਹਨ ਜਾਂ ਉਹਨਾਂ ਦਾ ਜਿਸ ਤਰ੍ਹਾਂ ਪੈਸ਼ਨ ਹੈ ਕ੍ਰਿਕਟ ਖੇਡਣ ਦਾ, ਉਸ ਤਰ੍ਹਾਂ ਮੇਰੇ ਬੱਚੇ ਵਿੱਚ ਇਹ ਪੈਸ਼ਨ ਹੈ। ਜਦੋਂ ਅਸੀਂ ਆਪਣੇ ਬੱਚੇ ਦੀ ਜਾਂ ਕਿਸੇ ਦੀ ਤੁਲਨਾ ਉਸ ਕੈਰੈਕਟਰ ਵਾਲੇ ਮਸ਼ਹੂਰ ਨਾਂ ਦੀ ਕਰਦੇ ਹਾਂ। ਸੋ ਦਿਸ ਵੇ ਇਜ਼ ਕਾਲਡ ਸਪੀਕਿੰਗ ਇਨ ਵਰਨੈਕੂਲਰ। ਅਸੀਂ ਇਸ ਨੂੰ ਪ੍ਰੌಢਾਵਾਦ ਕਹਿੰਦੇ ਹਾਂ। ਸੋ ਪ੍ਰੌಢਾਵਾਦ ਦੀ ਜਿਹੜੀ ਟੈਕਨੀਕ ਹੈ, ਇਸ ਟੈਕਨੀਕ ਵਿੱਚ one second. हाँ जी, मेरी आवाज ठीक आ रही है? हाँ जी वीर जी, बिल्कुल ठीक। अच्छा जी। सो ਜਿਹੜੀ ਪ੍ਰੌಢਾਵਾਦ ਦੀ ਟੈਕਨੀਕ ਹੈ, ਇਸ ਟੈਕਨੀਕ ਵਿੱਚ ਪ੍ਰਚਲਿਤ ਅੱਖਰ ਜਾਂ ਪ੍ਰਚਲਿਤ ਜੋ ਕੁਝ ਵੀ ਦੁਨੀਆ 'ਚ ਈਡੀਅਮਸ, ਫਰੇਜ਼ਿਸ ਵਰਤੇ ਜਾਂਦੇ ਨੇ, ਨੈਗੇਟਿਵ ਜਾਂ ਪੋਜ਼ਿਟਿਵ, ਉਹ ਕਿਸ ਤਰ੍ਹਾਂ ਪ੍ਰਚਲਿਤ ਹਨ ਉਸ ਸੈਂਸ ਵਿੱਚ ਉਹਨਾਂ ਨੂੰ ਲਿਆ ਜਾਂਦਾ ਹੈ। ਲੇਕਿਨ ਜਦੋਂ ਆਪਣੀ ਗੱਲ ਪੇਸ਼ ਕੀਤੀ ਜਾਂਦੀ ਹੈ ਤਾਂ ਫਿਰ ਸੈਂਸ ਆਪਣੀ ਤਰੀ ਜਾਂਦੀ ਹੈ ਕਿ ਵੀ ਕਹਿਣ ਦਾ ਮਕਸਦ ਕੀ ਹੈ। ਜਿਵੇਂ ਮਾਂ ਕਵੇ ਮੇਰਾ ਪੁੱਤਰ ਚੰਨ ਵਰਗਾ, ਤੇ ਉਹ ਰੀਅਲ ਮੂਨ ਜਿਹੜਾ ਹੈ ਉਸ ਦੀ ਗੱਲ ਨਹੀਂ ਚੱਲ ਰਹੀ, ਸਿਰਫ ਸੁੰਦਰਤਾ ਦੀ ਗੱਲ ਚੱਲ ਰਹੀ ਹੈ, ਉਹਦੀ ਸ਼ੀਤਲਤਾ ਦੀ ਗੱਲ ਚੱਲ ਰਹੀ ਹੈ। ਇੰਜ ਤਾਂ ਅਸੀਂ ਇਹ ਟਰਮਸ ਆਪਣੀ ਇਸ ਪੁਸਤਕ ਵਿੱਚ ਸਾਂਝ ਕੀਤੀ ਹੈ। ਮੇਰੇ ਲਿਵਿੰਗ ਟ੍ਰੈਜਰ ਦੇ ਸਾਰੇ ਸਾਥੀਆਂ ਦੀ ਮਿਹਨਤ ਦਾ ਸਦਕਾ ਅਸੀਂ ਉਸ ਪੁਸਤਕ ਵਿੱਚ 100 ਪੁਆਇੰਟਸ ਡਿਸਕਸ ਕੀਤੇ ਨੇ ਔਰ ਸਾਰਿਆਂ ਨੇ ਉਹ ਪੁਸਤਕ ਦੇਖੀ ਵੀ ਹੋਈ ਹੈ। ਇਹ ਪੁਸਤਕ ਹੈ ਗੁਰਬਾਣੀ ਦੇ ਅਖਾਣ ਵਿੱਚ, ਗੁਰਬਾਣੀ ਦੇ ਚਾਨਣ ਵਿੱਚ ਅਖਾਣ। ਅਖਾਣ ਮੀਨਸ ਟਰਮਸ, ਫਰੇਜ਼ਿਸ, ਈਡੀਅਮਸ, ਮੁਹਾਵਰੇ।
ਸੋ ਅਸੀਂ ਇਹਦੇ ਚੋਂ ਡਿਸਕਸ ਕਰਦੇ ਹਾਂ। ਹੁਣ ਤੱਕ ਅਸੀਂ ਵਿਵੇਕ ਬੁੱਧੀ ਟਰਮ ਸਮਝ ਚੁੱਕੇ ਹਾਂ। ਜਿਤਨਾ ਵੀ ਅਸੀਂ ਕਿ ਟਰਮ ਨੂੰ ਟਾਈਮ ਲਗਾ ਕੇ ਸਮਝੀਏ ਤਾਂ ਸਾਨੂੰ ਜਦੋਂ ਅਸੀਂ ਗੁਰਬਾਣੀਆਂ ਪੜ੍ਹ ਰਹੇ ਹੋਵਾਂਗੇ ਤਾਂ ਪੜ੍ਹਦਿਆਂ ਸਾਨੂੰ ਉਹ ਟਰਮ ਦੀ ਅਸਲੀਅਤ ਬਾਰੇ ਸਮਝ ਹੋਏਗੀ, ਉਹਦਾ ਓਰੀਜਨ ਪਤਾ ਹੋਏਗਾ। ਤਾਂ ਪੜ੍ਹਦਿਆਂ ਗੁਰਬਾਣੀ ਆਪਣੇ ਆਪ ਵਿੱਚ ਸੈਲਫ ਐਕਸਪਲੇਨੇਟਰੀ ਹੈ। ਬੜੀ ਜ਼ਬਰਦਸਤ ਫਸਟ ਪਰਸਨ ਦੀ ਅਸੀਂ ਇਹ ਕਹਿ ਸਕਦੇ ਹਾਂ ਕਨਵਰਸੇਸ਼ਨ ਦੇ ਹਿਸਾਬ ਦੇ ਨਾਲ ਆਪਣੇ ਆਪ ਤੇ ਅਸੀਂ ਢੁਕਾ ਸਕਦੇ ਹਾਂ। ਇਸ ਢੰਗ ਨਾਲ ਲਿਖੀ ਗਈ ਹੈ ਤਾਂ ਜਦੋਂ ਅਸੀਂ ਉਹਨੂੰ ਪੜ੍ਹਦੇ ਹਾਂ ਤਾਂ ਸਾਫ਼ ਨਾਲ ਸਮਝ ਆਉਂਦਾ ਜਾਵੇ। ਮੈਂ ਕਲੇਮ ਨਹੀਂ ਕਰ ਸਕਦਾ ਕਿ ਸਾਨੂੰ ਸਮਝ ਆ ਜਾਂਦਾ ਹੈ, ਲੇਕਿਨ ਸਮਝ ਆਉਂਦਾ ਜਾਂਦਾ ਹੈ ਜੇਕਰ ਅਸੀਂ ਇਸ ਤਰ੍ਹਾਂ ਟਰਾਈ ਕਰੀਏ। ਸੋ ਅਸੀਂ ਸਾਰੇ ਲੋਕ ਇਸ ਪੱਖੋਂ ਇਸ ਨੂੰ ਵਿਚਾਰਦੇ ਪਏ ਹਾਂ ਵੀ ਵਿਵੇਕ ਬੁੱਧੀ ਕੀ ਹੁੰਦਾ। ਵਿਵੇਕ ਕਹੋ ਕਬੀਰ ਮੈਂ ਸੋ ਗੁਰੂ ਪਾਇਆ ਜਾ ਕਾ ਨਾਉ ਵਿਵੇਕੋ। ਉਹ ਗੁਰੂ ਕਿਹੜਾ ਹੈ ਜਿਹਦਾ ਨਾਮ ਵਿਵੇਕੋ ਹੈ। ਤਾਂ ਇੰਜ ਅਸੀਂ ਉਸ ਨੂੰ ਸਮਝਣ ਦਾ ਕਾਫੀ ਯਤਨ ਕੀਤਾ ਕਿ ਜੇ ਮੈਂ ਕਰਮ ਕਾਂਡ ਕਰਦਾ ਹਾਂ, ਪਾਖੰਡ ਕਰਦਾ ਹਾਂ, ਤਾਂ ਮੈਨੂੰ ਉਹ ਵਾਲੀ ਬੁੱਧੀ ਦਿਓ ਕਿ ਮੈਂ ਕਰਮ ਕਾਂਡ ਔਰ ਪਾਖੰਡ ਦੇ ਬਦਲੇ ਸੁਚੱਜਾ ਜੀਵਨ ਜੀ ਸਕਾਂ। ਉਹਨੂੰ ਕਹਿੰਦੇ ਨੇ ਹਾਰ ਪਰਿਓ ਸੁਆਮੀ ਕੇ ਦੁਆਰਾ ਦੀਜੇ ਬੁੱਧ ਵਿਵੇਕਾਂ। ਅੱਛਾ, ਵਿਵੇਕਾਂ ਵਾਲੀ ਮੈਨੂੰ ਮੱਤ ਦਿਓ। ਵਿਵੇਕਾਂ ਵਾਲੀ ਮੱਤ ਹੀ ਮੇਰਾ ਸਤਿਗੁਰ ਹੈ। ਵਿਵੇਕਾਂ ਵਾਲੀ ਮੱਤ ਦੇ ਨਾਲ ਮੈਨੂੰ ਐਨਾਲਾਈਜ਼ ਕਰਨਾ ਆਉਂਦਾ ਹੈ what is right and what is wrong। ਇਮੀਡੀਏਟਲੀ ਡਿਸੀਜਨ ਮੈਂ ਲੈ ਪਾਉਂਦਾ ਹਾਂ ਕਿ ਰਾਈਟ ਕੀ ਹੈ, ਰੋਂਗ ਕੀ ਹੈ। ਜੇ ਅਸੀਂ ਇਮੀਡੀਏਟਲੀ ਡਿਸੀਜਨ ਨਹੀਂ ਲੈ ਪਾਉਂਦੇ ਹਾਂ, ਆਪਣੇ ਘਰਾਂ ਦੇ ਜੀਵਨ ਵਿੱਚ ਅਸੀਂ ਵੇਖਦੇ ਹਾਂ ਕਿ ਸਾਨੂੰ ਕੋਈ ਨਾ ਕੋਈ ਰੋਜ਼ ਪ੍ਰੋਬਲਮ ਆਉਂਦੀ ਰਹਿੰਦੀ ਹੈ। ਇੱਕ ਅੱਧ ਨਹੀਂ, ਮੈਨੀ ਪ੍ਰੋਬਲਮਸ ਦੀ ਨੀਚੇ ਆਉਂਦੀਆਂ ਨੇ। ਉਹਦਾ ਇੱਕਦਮ ਛੇਤੀ ਨਾਲ ਨਿਬੇੜਾ ਕਰਨਾ ਸਾਨੂੰ ਨਹੀਂ ਆਉਂਦਾ, ਡਿਸੀਜਨ ਲੈਣਾ ਨਹੀਂ ਆਉਂਦਾ। ਫਰਜ਼ ਕਰੋ ਪ੍ਰੋਬਲਮ ਹੈ ਵੀ ਅੱਜ ਸ਼ਾਮੀ ਸਾਨੂੰ ਕਿਸੇ ਨੇ ਆਪਣੇ ਪਾਰਟੀ ਤੇ ਬੁਲਾਇਆ ਹੈ, ਰਿੰਗ ਸੈਰੇਮਨੀ ਹੈ ਜਾਂ ਕੋਈ ਵੀ ਉਹਨਾਂ ਦਾ ਪ੍ਰੋਗਰਾਮ ਹੈ, ਲੇਡੀ ਸੰਗੀਤ ਹੈ, ਸ਼ਗਨ ਪਾਣਾ ਹੈ। ਇਸ ਤਰੀਕੇ ਦੇ ਨਾਲ ਅਸੀਂ ਬਹੁਤ ਆਪਸ ਵਿੱਚ ਬਹਿਸ ਕਰਨ ਲੱਗ ਪੈਂਦੇ ਆ। ਕੋਈ ਕਹਿੰਦਾ ਜਾਣਾ, ਕੋਈ ਨਹੀਂ ਜਾਣਾ। ਤਾਂ ਇਹਦਾ ਮਤਲਬ ਅਸੀਂ ਇੱਕ ਡਿਲੇਮਾ ਚ ਹਾਂ ਕਿ ਅਸੀਂ ਡਿਸਕਸ ਕਰਦਿਆਂ ਡਿਸੀਜਨ ਲੈ ਨਹੀਂ ਪਾ ਰਹੇ ਵੀ ਫਾਈਨਲੀ ਕੀ ਕਰਨਾ ਹੈ। ਪਰ ਛੋਟੀਆਂ ਗੱਲਾਂ, ਝਾੜਨਾ ਕੀ ਹੈ, ਪਕਾਣਾ ਕੀ ਹੈ, ਕੱਲ ਕੀ ਖਾਣਾ, ਦੁਪਹਿਰੀ ਕੀ ਖਾਣਾ ਹੈ, ਸ਼ਾਮੀ ਕੀ ਖਾਣਾ ਹੈ, ਸਾਡੇ ਸਾਰਿਆਂ ਦੇ ਘਰਾਂ ਜਿਸ ਤਰ੍ਹਾਂ ਨਿੱਕੇ ਬੇਅੰਤ ਐਸੇ ਉਹ ਪੁਆਇੰਟਸ ਹੁੰਦੇ ਨੇ। ਸੋ ਜਦੋਂ ਅਸੀਂ ਉਹਨਾਂ ਪੁਆਇੰਟਸ ਦੇ ਬਾਰੇ ਕਿਸੇ ਵੇਲੇ ਵੀ ਡਿਸੀਜਨ ਨਹੀਂ ਲੈ ਪਾਉਂਦੇ ਆ, ਤਾਂ ਸਾਡੀ ਆਸਤਾ ਇਹ ਵੀ ਆਦਤ ਖਰਾਬ ਹੋ ਜਾਂਦੀ ਹੈ ਡਿਸੀਜਨ ਨਾ ਲੈ ਪਾਉਣ ਦੇ ਕਾਰਨ ਕਿ ਸਾਨੂੰ ਨਹੀਂ ਪਤਾ ਮੈਂ ਮਕਾਨ ਦਾ ਲੋਨ ਲਵਾਂ ਕਿ ਨਾ ਲਵਾਂ। ਸਾਨੂੰ ਨਹੀਂ ਪਤਾ ਕਿ ਵੀ ਮੈਂ ਮੰਮੀ ਪਾਪਾ ਨੂੰ ਛੋੜ ਕੇ ਬੈਂਗਲੋਰ ਜਾਂ ਅਮਰੀਕਾ ਜਾਂ ਕੈਨੇਡਾ ਪੜ੍ਹਾਈਆਂ ਕਰਨ ਚਲਾ ਜਾਵਾਂ ਕਿ ਨਾ ਜਾਵਾਂ। ਅੱਛਾ, ਮੇਰੀ ਜੌਬ ਟ੍ਰਾਂਸਫਰ ਹੋ ਗਈ ਹੈ, ਮੈਂ ਪਰਿਵਾਰ ਨੂੰ ਲਿਜਾਵਾਂ ਕਿ ਨਾ ਲਿਜਾਵਾਂ। ਇੰਜ ਫਿਰ ਸਾਨੂੰ ਉਹ ਗੱਲਾਂ ਵੀ ਮੁਸ਼ਕਲ ਲੱਗਦੀਆਂ ਨੇ। ਇੰਜ ਹੋ ਜਾਂਦਾ ਹੈ ਨਾ। ਡਿਸੀਜਨ ਨਹੀਂ ਲੈਣਾ ਆਉਂਦਾ ਸਾਨੂੰ ਛੇਤੀ ਦੇ ਨਾਲ। ਜਿਤਨੀ ਸਾਡੀ ਵਿਵੇਕ ਬੁੱਧੀ ਸ਼ਾਰਪਨ ਹੁੰਦੀ ਜਾਏਗੀ ਨਾ, ਉਤਨਾ ਸਾਨੂੰ ਛੇਤੀ ਡਿਸੀਜਨ ਲੈਣਾ ਆ ਜਾਏਗਾ। ਪਰ ਵਿਵੇਕ ਬੁੱਧੀ ਦਾ ਮਤਲਬ ਇਹ ਨਹੀਂ ਹੈ ਕਿ ਰੋਂਗ ਡਿਸੀਜਨ ਅਸੀਂ ਲੈਂਦੇ ਰਹੀਏ। ਵਿਵੇਕ ਬੁੱਧੀ ਦਾ ਪੈਕੇਜ ਹੈ ਐਨਾਲਾਈਜ਼ ਕਰਨਾ, ਰਾਈਟ ਕੀ ਹੈ ਔਰ ਰੋਂਗ ਕੀ ਹੈ, ਉਹਦੇ ਵਿਚਕਾਰ ਡਿਫਰੈਂਸ਼ੀਏਟ ਕਰਕੇ वाइजली, जुडिशियसली, बाइस्ड नहीं होना, वाइजली, जुडिशियसली और बिना किसी पक्षपात दे। ये नहीं कि हर गल घर विच वोटी दी चलदी है तो वोटी दी मन्नी जाए, या घर दा पिता उच्चा बोलदा गुस्से दे नाल बोलदा ते पिता दी मन्नी जाए। इंज नहीं, बिल्कुल सिंसीयरली उसका नाप तोल कर सकना अते फिर राइट और रॉन्ग चो रॉन्ग ਨੂੰ ਛੱਡ ਕੇ ਰਾਈਟ ਦੀ ਪ੍ਰੈਕਟਿਸ ਦੇ ਡਿਸੀਜਨ ਤੱਕ ਪਹੁੰਚ ਕੇ ਉਹਨੂੰ ਅਮਲ ਵਿੱਚ ਲਿਆਣਾ, ਇਹ ਪੂਰੇ ਪੈਕੇਜ ਨੂੰ ਵਿਵੇਕ ਬੁੱਧੀ ਕਹਿੰਦੇ ਨੇ।
ਸੋ ਇੰਝ ਅਸੀਂ ਐਪਲੀਕੇਬਲ ਅਰਥ ਸਮਝਦੇ ਹਾਂ। ਡਿਸੀਜਨ ਹੀ ਨਹੀਂ ਲੈਣਾ ਆਉਂਦਾ ਨਿੱਕੀ ਨਿੱਕੀ ਗੱਲ ਤੇ, ਤਾਂ ਫਿਰ ਸਾਨੂੰ ਵਿਵੇਕ ਬੁੱਧੀ ਪ੍ਰਾਪਤ ਨਹੀਂ ਹੈ। ਹਾਲਾਂਕਿ ਸਾਨੂੰ ਕਾਮਨ ਸੈਂਸ ਹੈ, ਪਰ ਉਹ ਹਮੇਸ਼ਾ ਕੰਮ ਕਰੇ। ਬੰਦਾ ਹਮੇਸ਼ਾ ਕਨਫਿਊਜ਼ਡ ਰਵੇ, ਇਹ ਕਰਨਾ ਹੈ ਕਰਨਾ ਹੈ ਕਰਨਾ, ਉਹ ਡੁਐਲਿਟੀ ਚ ਰਹਿੰਦਾ, ਉਹ ਦੁਬਿਧਾ ਚ ਰਹਿੰਦਾ। ਸੋ ਅਸੀਂ ਦੁਬਿਧਾ ਵਿੱਚ ਹਾਂ। ਸਾਨੂੰ ਬਾਣੀ ਵਿੱਚ ਬੜੇ ਸਾਰੇ ਸ਼ਬਦ ਪ੍ਰਮਾਣ ਮਿਲਣਗੇ। ਦੁਬਿਧਾ ਲਫ਼ਜ਼ ਵੀ ਅਸੀਂ ਜਿਸ ਦਿਨ ਵਾਰੀ ਉਹਦੀ ਆਏਗੀ ਸਮਝਾਂਗੇ। ਡੁਐਲਿਟੀ ਚ ਕਨਫਿਊਜ਼ਡ, ਮੈਂ ਇਧਰ ਜਾਊਂ ਕਿ ਇਧਰ ਜਾਊਂ। ਇੰਜ ਕਰਦਿਆਂ ਕਰਦਿਆਂ ਅਸੀਂ ਫਿਰ ਵਿਵੇਕ ਬੁੱਧੀ, ਮੂੰਹ ਦੇਣਾ, ਫਿਰ ਅਸੀਂ ਮਨ ਦੇਣਾ। ਸੋ ਮਨ ਦੇਣਾ ਦੇ ਟੌਪਿਕ ਤੋਂ ਲੈ ਕੇ ਅਸੀਂ ਅੱਗੇ ਐਂਟਰ ਕੀਤੇ ਸੀ ਸਿਰ ਦੇਣਾ, ਤੇ ਅਸੀਂ ਇਹਦੇ ਵਿੱਚ ਇਹ ਵੀ ਸਮਝੇ ਸੀ ਕਿ ਮਨ ਦੇਣਾ ਵੇਲੇ ਜਿਸ ਦੀ ਗੱਲ ਸਾਨੂੰ ਪਸੰਦ ਹੈ ਉਹਦੀ ਗੱਲ ਅਸੀਂ ਧਿਆਨ ਨਾਲ ਸੁਣਦੇ ਹਾਂ। ਮਾਨੋ ਮਨ ਦਿੱਤਾ ਹੈ, ਜਿਹਦੀ ਗੱਲ ਪਸੰਦ ਨਹੀਂ ਹੈ ਨਾ, ਉਹ ਇਧਰੋਂ ਸੁਣਦੇ ਆ, ਇਧਰੋਂ ਕੱਢ ਦਿੰਦੇ ਆ, ਉਹ ਸੁਣੀ ਅਣਸੁਣੀ ਕਰ ਦਿੰਦੇ ਆ, ਕਿਉਂਕਿ ਗੱਲ ਪਸੰਦ ਹੀ ਨਹੀਂ ਹੈ। ਗੱਲ ਕਰਨ ਵਾਲਾ ਬੰਦਾ ਹੀ ਨਹੀਂ ਪਸੰਦ। ਪਹਿਲਾਂ ਹੀ ਮਨ ਅੰਦਰ ਸੋਚ ਲਿਆ ਕਿ ਮੈਂ ਇਸ ਬੰਦੇ ਦੀ ਗੱਲ ਮੰਨਣੀ ਹੀ ਨਹੀਂ ਹੈ। ਭਾਵੇਂ 2 + 2 = 4 ਕਹਿ ਰਿਹਾ ਹੈ, ਭਾਵੇਂ ਮੈਨੂੰ ਖਰਾ ਸੱਚ ਸਮਝਾ ਰਿਹਾ ਹੈ, ਅਸੀਂ ਪਹਿਲਾਂ ਹੀ ਬਾਇਸ ਹੋ ਜਾਂਦੇ ਹਾਂ। ਜਦੋਂ ਪਿਛਲੀ ਵਾਰੀ ਸਵਾਲ ਆਇਆ ਸੀ ਨਾ ਜੁਝਾਰ ਜੀ ਕਿ ਜੇ ਉਹ ਬੰਦਾ ਮੈਨੂੰ ਦੁਸ਼ਮਣ ਸਮਝਦਾ ਹੈ, ਤਾਂ ਅਸੀਂ ਬਾਇਸ ਜਾਂ ਮਨ ਅੰਦਰ ਸੋਚ ਲਿਆ ਕਿ ਉਹ ਬੰਦਾ ਮੈਨੂੰ ਦੁਸ਼ਮਣ ਸਮਝਦਾ ਹੈ। ਅਸੀਂ ਕਿਸ ਤਰ੍ਹਾਂ ਸੋਚ ਲਿਆ? ਸਾਡੇ ਕੋਲ ਕੋਈ ਫਿਲਟਰ ਤੇ ਹੈ ਨਹੀਂ ਹੈ। ਹਾਂ, ਸਿਰਫ ਸਾਨੂੰ ਇਹ ਲੱਗ ਰਿਹਾ ਮੈਂ ਇਹਨੂੰ ਦੱਸਦਾ ਹਾਂ ਜਾਂ ਦੱਸਦੀ ਹਾਂ, ਇਹ ਮੰਨਦਾ ਹੈ ਨਹੀਂ ਹੈ ਕਿਉਂਕਿ ਇਹ ਮੈਨੂੰ ਦੁਸ਼ਮਣ ਸਮਝਦਾ। ਉਹ ਜਿਹੜਾ ਕਿਉਂਕਿ ਦੁਸ਼ਮਣ ਸਮਝਦਾ, ਉਹ ਆਪਣੇ ਵੱਲੋਂ ਇੱਕ ਐਜ਼ੰਪਸ਼ਨ ਬਣਾ ਲਈ ਹੈ। ਇਸ ਐਜ਼ੰਪਸ਼ਨ ਤੋਂ ਛੁੱਟਣ ਵਾਸਤੇ ਗੁਰੂ ਸਾਹਿਬ ਮੈਨੂੰ ਪ੍ਰੈਕਟੀਕਲ ਜੀਵਨ ਸਿਖਾ ਰਹੇ ਨੇ। ਗੁਰੂ ਸਾਹਿਬ ਕਹਿ ਰਹੇ ਨੇ ਉਹਦਾ ਤੇਰੇ ਨਾਲ ਬਿਹੇਵੀਅਰ ਕਿਸ ਤਰ੍ਹਾਂ ਹੈ, ਤੂੰ ਇਸ ਗੱਲ ਨੂੰ ਛੱਡ, ਪਰ ਮਨ ਆਪਣੇ ਤੇ ਬੁਰਾ ਮਿਟਾਣਾ ਸਿੱਖ। ਉਹਦਾ ਬਿਹੇਵੀਅਰ ਤੇਰੇ ਨਾਲ ਕਿਸ ਤਰ੍ਹਾਂ ਹੈ? ਉਹ ਤੇਰੀ ਗੱਲ ਕੰਨ ਦੇ ਕੇ ਸੁਣਦਾ ਹੈ ਕਿ ਨਹੀਂ ਸੁਣਦਾ, ਮੰਨਦਾ ਹੈ ਕਿ ਨਹੀਂ ਮੰਨਦਾ। ਤੂੰ ਪਤਾ ਕੀ ਕਰ, ਇਹ ਨਾ ਸੋਚ ਓਏ ਮੇਰੀ ਵੋਟੀ ਕਹਿ ਰਹੀ ਹੈ, ਵੋਟੀ ਨੂੰ ਤੇ ਅਕਲ ਹੁੰਦੀ ਹੈ, ਮੈਂ ਨਹੀਂ ਵੋਟੀ ਦੀ ਗੱਲ ਸੁਣਦਾ। ਪਹਿਲਾਂ ਹੀ ਬਾਇਸਡ ਨਾ ਹੋ। ਕੋਈ ਕਹਦੇ ਓਏ ਵੋਟੀਆਂ ਦੀਆਂ ਗੱਲਾਂ ਨਹੀਂ ਸੁਣਨੀਆਂ ਚਾਹੀਦੀਆਂ, ਬਾਇਸਡ ਹੋ ਗਿਆ। ਇੱਕ ਲੇਡੀ ਮੈਨੂੰ ਕਹਿੰਦੀ ਹੈ, ਵੀਰ ਜੀ ਤੁਹਾਡੇ ਕਹਿਣ ਤੇ ਨਾ ਸਮਝਾਉਣ ਤੋਂ ਬਾਅਦ ਜਾਂ ਤੁਹਾਡੀ ਸੰਗਤ ਤੋਂ ਬਾਅਦ ਮੇਰੇ ਪਤੀ ਨੇ ਨਾ ਸ਼ਰਾਬ ਛੱਡ ਦਿੱਤੀ ਸੀ। ਮੈਂ ਕਿਹਾ ਅੱਛਾ ਜੀ, ਫਿਰ ਕਹਿੰਦੀ ਤੁਸੀਂ ਅੱਜ ਕੱਲ ਫਿਜ਼ੀਕਲ ਸਾਡੀ ਉਸ ਕੰਟਰੀ 'ਚ ਨਹੀਂ ਹੋ ਨਾ, ਤੁਸੀਂ ਕਦੇ ਕਿੱਥੇ ਚਲੇ ਜਾਂਦੇ ਹੋ, ਕਦੇ ਕਿੱਥੇ ਚਲੇ ਜਾਂਦੇ ਹੋ, ਤੇ ਮੇਰੇ ਪਤੀ ਦੀ ਤੁਹਾਡੇ ਨਾਲ ਹੁਣ ਉਹ ਕੰਪਨੀ ਨਹੀਂ ਹੈ, ਤੇ ਉਹਨੇ ਅੱਜ ਕੱਲ ਸ਼ਰਾਬ ਸ਼ੁਰੂ ਕਰ ਦਿੱਤੀ। ਮੈਂ ਕਿਹਾ ਦੁਬਾਰਾ ਸ਼ੁਰੂ ਕਰ ਦਿੱਤੀ ਹੈ, ਤਾਂ ਮਤਲਬ ਉਹਨੂੰ ਸਮਝ ਨਹੀਂ ਆਈ ਸੀ। ਕਹਿੰਦੀ ਹੈ ਨਹੀਂ, ਪਤਾ ਲੱਗਾ ਉਹਨਾਂ ਦੇ ਸਾਰੇ ਫਰੈਂਡਸ ਕਹਿੰਦੇ ਨੇ ਤੂੰ ਆਪਣੀ ਵੋਟੀ ਦੇ ਕਹਿਣ ਤੇ ਸ਼ਰਾਬ ਛੱਡੀ ਹੈ, ਓਏ ਵੋਟੀਆਂ ਦੀਆਂ ਗੱਲਾਂ ਨਹੀਂ ਮੰਨੀਦਾ। ਤਾਂ ਹੁਣ ਉਹ ਬਾਇਸਡ ਹੋ ਗਿਆ। ਇੰਝ ਹੀ ਕਈ ਆਪਣੀ ਪਤੀ ਦੀ ਗੱਲ ਨਹੀਂ ਮੰਨਦੇ ਨੇ, ਸੱਸ ਦੀ ਗੱਲ ਨਹੀਂ ਮੰਨਦੇ ਨੇ। ਇਹ ਐਗਜ਼ਾਮਪਲ ਮੈਨੂੰ ਬਾਰ-ਬਾਰ ਦੇਣੇ ਪੈਂਦੇ ਨੇ ਕਿਉਂਕਿ ਅਸੀਂ ਆਪਣੇ ਪ੍ਰੈਕਟੀਕਲ ਜੀਵਨ ਵਿੱਚ ਧਰਮ ਦੀ ਗੱਲ ਨੂੰ, ਵਿਜ਼ਡਮ ਨੂੰ ਜੀਣਾ ਕਿਸ ਤਰ੍ਹਾਂ ਹੈ, ਇਹ ਸਿੱਖਣਾ ਹੈ। ਸੋ ਡਿਸੀਜਨ ਲੈਣ ਵੇਲੇ ਪਹਿਲਾਂ ਹੀ ਸੋਚ ਲਿਆ ਕਿ ਇਹ ਮੇਰੀ ਮੰਨਦਾ ਨਹੀਂ ਹੈ ਜਾਂ ਮੰਨਦੀ ਨਹੀਂ ਹੈ ਕਿਉਂਕਿ ਇਹਨੇ ਮੈਨੂੰ ਦੁਸ਼ਮਣ ਸਮਝਿਆ। ਪਰ ਹੁਣ ਮੈਨੂੰ ਬਾਣੀ ਸਿਖਾ ਰਹੀ ਹੈ ਤੂੰ ਪਹਿਲਾਂ ਆਪਣਾ ਸੋਚਣੀ ਦਾ ਇਹ ਵਾਲਾ ਨਾ ਐਂਗਲ ਠੀਕ ਕਰ ਕਿ ਮਨ ਆਪਣੇ ਤੇ ਬੁਰਾ ਮਿਟਾਣਾ। ਉਹ ਮੰਨਦਾ ਹੈ ਨਹੀਂ ਮੰਨਦਾ ਹੈ, ਬਲਕਿ ਗੱਲ ਕਹਿਣ ਤੋਂ ਬਾਅਦ ਮਿਸਬਿਹੇਵ ਵੀ ਕਰਦਾ ਹੈ, ਤੂੰ ਇੱਥੋਂ ਪਹਿਲਾਂ ਇਹਨੂੰ ਠੀਕ ਕਰਨਾ, ਉਹਦੇ ਬਾਰੇ ਕੋਈ ਰਾਏ ਨਾ ਬਣਾ। ਦੂਜੀ ਗੱਲ ਬਾਣੀ ਤਨ ਸਿਖਾ ਰਹੀ ਹੈ, ਨਾ ਕੋ ਬੈਰੀ ਨਹੀਂ ਬਿਗਾਨਾ।
मेरा बैरी बिगाना कोई नहीं है। मन अंदर बना लै, ना को मेरा दुश्मन रहा, नाम किसके बैराई। ये पंक्तियां कोट करन वास्ते हन, पर लेक्चर च कोट करके सिर्फ सुन के वाह जी वाह करन वास्ते नहीं हन, अखंड पाठ करन वास्ते नहीं हन। ये पंक्तियां अपने रोजमर्रा दे जीवन विच प्रैक्टिस करन वास्ते हन। सो मन अंदर ख्याल आ गया कि वो मैनू दुश्मन समझदा है। सो थैंक गॉड के ਜਦੋਂ ਪ੍ਰੋਗਰਾਮ ਖਤਮ ਹੋ ਗਿਆ ਤੇ ਅਸੀਂ ਬ੍ਰੇਕਫਾਸਟ ਟੇਬਲ ਤੇ ਸੀ, ਤਾਂ ਮੇਰੀ ਵਾਈਫ ਨੇ ਵੀ ਮੈਨੂੰ ਕਿਹਾ ਬਈ ਜਿਨ੍ਹਾਂ ਦਾ ਉਹ ਕੁਐਸਚਨ ਸੀ ਉਹਨਾਂ ਕੋਲੋਂ ਦੁਬਾਰਾ ਸਾਨੂੰ ਪੁੱਛਣਾ ਚਾਹੀਦਾ ਹੈ ਕਿ ਬਈ ਤੁਹਾਨੂੰ ਕੁਐਸਚਨ ਆਨਸਰ ਹੋਇਆ ਕਿ ਨਹੀਂ ਹੋਇਆ। ਤੇ ਮੈਨੂੰ ਲੱਗਦਾ ਹੈ ਕਿ ਉਸ ਦਿਨ ਟਾਈਮ ਜ਼ਿਆਦਾ ਹੋ ਗਿਆ ਸੀ ਤੇ ਸ਼ਾਇਦ ਜੁਝਾਰ ਜੀ ਅਸੀਂ ਪੁੱਛ ਨਹੀਂ ਪਾਏ ਉਹਨਾਂ ਨੂੰ ਪੁੱਛਣਾ ਹੈ ਵੀ क्वेश्चन तुसी कीता है, क्वेश्चन करने वाला एम्बेरस होके चाप के बह ही ना जाए, बेचारा घबरा ना जाए कि ओहो मैं गलती नाल सवाल क्यों पूछ लिया। लोकी सवाल नहीं करते ने, लोकी एम्बेरस हो जाते ने। सो असी उन्होंने एम्बेरस नहीं करना है, असी ते प्लेटफॉर्म क्रिएट कर रहे हैं कि अपना अपने मन का बूहा खोल के अपने ड्राइंग रूम नू खोलन, ताकि ਉਹਦੇ ਵਿੱਚ ਚੰਗੇ ਗੁਣਾ ਦੇ ਗੈਸਟ ਬਿਠਾ ਕੇ ਵਿਚਾਰ ਕੀਤੀ ਜਾ ਸਕੇ। ਠੀਕ ਹੈ ਜੀ। ਜੋ ਜੀ ਜਾਂ ਅਮਨ ਜੀ ਜਾਂ ਪੁਸ਼ਪਿੰਦਰ ਜੀ, ਤੁਸੀਂ ਜੋ ਵੀ ਇਸ ਨੂੰ ਮੋਡਰੇਟ ਕਰ ਰਹੇ ਹੋ, ਵੈਦਰ ਆਈ ਐਮ ਪ੍ਰੈਜ਼ੈਂਟ অর ਨਾਟ, ਵੈਦਰ ਲਾਸਟ ਵਿੱਚ ਵਿੰਦਰੀ ਜੀ ਬੋਲ ਰਹੇ ਨੇ ਜਾਂ ਮਹਿੰਦਰਪਾਲ ਜੀ ਬੋਲ ਰਹੇ ਨੇ ਜਾਂ ਸਾਡਾ ਲਿਵਿੰਗ ਟ੍ਰੈਜਰ ਦਾ ਕੋਈ ਮੈਂਬਰ ਬੋਲ ਰਿਹਾ, ਜਸਵੀਰ ਜੀ ਬੋਲ ਰਹੇ ਨੇ, ਕੋਈ ਵੀ ਸ਼ੇਅਰ ਕਰ ਰਿਹਾ ਨਾ, ਉਸ ਸ਼ੇਅਰਿੰਗ ਤੋਂ ਬਾਅਦ ਕੁਐਸਚਨ ਕਰਨ ਵਾਲੇ ਨੂੰ ਤੁਸੀਂ ਦੁਬਾਰਾ ਇਨਵਾਈਟ ਕਰਕੇ ਉਹਨੂੰ ਕੁਇਕਲੀ ਪੁੱਛੋ, ਤੁਹਾਨੂੰ ਗੱਲ ਸਮਝ ਆਈ ਕੀ ਤੁਹਾਡਾ ਕੁਐਸਚਨ ਆਨਸਰ ਹੋ ਸਕਿਆ। ਤੁਹਾਡਾ ਕੁਐਸਚਨ ਗਲਤ ਨਹੀਂ ਸੀ, ਤੁਸੀਂ ਆਪਣੇ ਆਪ ਨੂੰ ਕ੍ਰਿਮੀਨਲ ਨਾ ਸਮਝੋ, ਤੁਸੀਂ ਆਪਣੇ ਆਪ ਨੂੰ ਹੀਨ ਭਾਵਨਾ ਵਿੱਚ ਨਾ ਲਿਜਾਓ। ਤੁਹਾਡਾ ਜੈਨੂਇਨ ਕੁਐਸਚਨ ਹੈ, ਬਹੁਤ ਲੋਕਾਂ ਦਾ ਕੁਐਸਚਨ ਹੈ, ਬਲਕਿ ਤੁਹਾਡੀ ਤੇ ਹਿੰਮਤ ਹੈ ਕਿ ਤੁਸੀਂ ਪਬਲਿਕਲੀ ਇਹ ਕੁਐਸਚਨ ਕੀਤਾ ਹੈ। ਜੀ ਜੀ, ਅਸੀਂ ਉਹਦੇ ਤੇ ਤਰਸ ਖਾਣਾ ਹੈ। ਜਦੋਂ ਇਹ ਤਰਸ ਖਾਣ ਵਾਲਾ ਸਾਡਾ ਜਜ਼ਬਾ ਹੋਏਗਾ ਨਾ, ਤਾਂ ਕੱਲ ਮੇਰੀ ਪ੍ਰੋਬਲਮ ਹੋਏਗੀ, ਤੁਹਾਡੀ ਪ੍ਰੋਬਲਮ ਹੋਏਗੀ, ਅਸੀਂ ਵੀ ਤਾਂ ਫਿਰ ਪਲੇਟਫਾਰਮ ਤੇ ਕੁਐਸਚਨ ਆਪਣਾ ਰੱਖ ਪਾਵਾਂਗੇ ਨਾ। ਹਾਂਜੀ ਜੀ, ਕਿਸੇ ਕੁਐਸਚਨ ਨੂੰ ਕੋਈ ਆਨਸਰ ਕਰੇਗਾ, ਕਿਸੇ ਕੁਐਸਚਨ ਨੂੰ ਕੋਈ ਆਨਸਰ ਕਰੇਗਾ। ਇੱਥੇ ਕੋਈ ਪਰਫੈਕਟ ਜੱਜ ਤੇ ਬੈਠਾ ਨਹੀਂ ਹੈ ਕਿ ਅਸੀਂ ਕੁਐਸਚਨ ਕਰਨ ਵਾਲੇ ਨੂੰ ਇੱਕਦਮ ਇਹ ਕਹਿ ਦਈਏ ਬਈ ਯੂ ਆਰ ਰੋਂਗ, ਬਸ नहीं हो सकता है उस क्वेश्चन का बड़ा अच्छा आंसर जुझार छड़, अमन छड़, भुपिंदर सिंह छड़, विदरी भूआ जी छड़, मिंदरपाल जी छड़, हो सकता है निके तो निके बच्चा भी कोई बड़ा अच्छा आंसर दे सकता है। हाँ, पर क्वेश्चन करन वाला वो घायल पंछी है जो इस टाइम इस प्लेटफॉर्म पर इस पेड़ के ऊपर आया है। वो इस तरफ से घायल है, उसको इस तरफ से ब्लीडिंग हो रही है। हमारा फर्ज बनता है कि असी ओदा ओ जख्म पूंजिए, ओदी ब्लीडिंग बंद करिए, ओनू सैल्फ इंट्रोस्पेक्शन दी जांच दे नाल अपना जख्म ठीक करना, असी ओदे नाल सांझ करके ओनू विवेक बुद्धि तक ट्रैवल करा सकीए, फिर असी उसनू नाल पानी पिलाइए, है ना। सो साडा ना ए प्लेटफॉर्म इज कितना कितना जबरदस्त भूआ जी दा एक्सपीरियंस है। वो डेली कितनियां लेडीज दे नाल खास तौर ते डिस्कस करते हैं, और लेडीज उन्हां दे नाल कितना कंफर्टेबल फील करती हैं, क्योंकि भूआ जी माँ भी ने, सस भी ने, भैन भी ने, किसी दी धी भी हैं, किसी दी पत्नी भी हैं, और फिर उन्होंने कितना फिजिकली मैंटली इवॉल्व होके ट्रैवल किया हुआ है, ते वो फील करदियां है ना, तो सानू उन्होंने वो वाला कंफर्ट जोन दे के कोशिश करनी है कि वो एम्बेरस ना हो। हाँ, एक गल होर, जेकर कोई अपना बहुत प्राइवेट क्वेश्चन करना चाहता है
ਤਾਂ ਉਹ ਭੂਆ ਜੀ ਦਾ ਨੰਬਰ ਲੈ ਸਕਦਾ ਹੈ, ਜੁਝਾਰ ਜੀ ਅਮਨ ਜੀ ਦਾ ਨੰਬਰ ਲੈ ਸਕਦਾ ਹੈ। ਆਊਟ ਆਫ ਦੀ ਬਾਕਸ, ਆਊਟ ਆਫ ਦਿਸ ਪਲੇਟਫਾਰਮ ਬਾਹਰ ਜਾ ਕੇ ਪ੍ਰਾਈਵੇਟ ਕਾਉਂਸਲਿੰਗ ਵਾਸਤੇ ਟਾਈਮ ਲੈ ਸਕਦਾ ਹੈ। ਸਾਡੇ ਜਸਮੀਤ ਸਿੰਘ ਬੰਬੇ ਜੀਵਨ ਜਾਂਚ ਪ੍ਰੋਗਰਾਮ, ਉਹ ਜਿਹੜੀ ਭੈਣ ਰਿੰਪਲ ਕੌਰ ਬੋਲੀ ਸੀ, ਉਹਨਾਂ ਦਾ ਨੰਬਰ ਲੈ ਸਕਦਾ ਹੈ। ਉਹਨਾਂ ਨੇ ਵਰਲਡ ਵਾਈਡ ਕਾਉਂਸਲਿੰਗ ਦਾ ਸ਼ੁਰੂ ਕੀਤਾ ਹੋਇਆ ਹੈ, ਤਾਂ ਪ੍ਰਾਈਵੇਟ ਵੀ ਕਰ ਸਕਦਾ ਹੈ। ਪਰ ਕੋਈ ਪ੍ਰਾਈਵੇਟ ਦਾ ਟਾਈਮ ਨਹੀਂ ਕੱਢ ਪਾ ਰਿਹਾ ਔਰ ਅੱਜ ਉਹਦਾ ਦਿਲ ਕਰ ਰਿਹਾ ਵਾਲਾ ਕੁਐਸਚਨ ਕਰਨ ਤੇ, ਫॉर द ਹੈਕ ਆਫ ਕੁਐਸਚਨ ਨਹੀਂ ਕਰਨਾ। ਕੁਐਸਚਨ ਕਰਨਾ ਹੈ ਬੜਾ ਸਿੰਸੀਅਰਲੀ, ਜੈਨੂਇਨਲੀ ਕਿ ਇਹ ਮੇਰਾ ਕੁਐਸਚਨ ਹੈ ਔਰ ਮੈਂ ਇਹਦੇ ਨਾਲ ਪੀੜਿਤ ਹਾਂ। ਪਰ ਕੋਈ ਆਪਣਾ ਪ੍ਰਾਈਵੇਟ ਨਹੀਂ ਡਿਸਕਸ ਕਰਨਾ ਚਾਹੁੰਦਾ। ਉਹ ਕਹਿ ਸਕਦਾ ਹੈ ਮੇਰੀ ਇੱਕ ਸਹੇਲੀ ਹੈ ਜਾਂ ਮੇਰਾ ਇੱਕ ਫਰੈਂਡ ਹੈ, ਉਹਦੀ ਇਹ ਪ੍ਰੋਬਲਮ ਹੈ, ਉਹਦੀ ਆਪਣੇ ਪਤੀ ਨਾਲ ਜਾਂ ਪਤਨੀ ਨਾਲ ਇਹ ਪ੍ਰੋਬਲਮ ਹੈ, ਵੀਰ ਜੀ ਉਹਦੇ ਵਾਸਤੇ ਕੀ ਡਿਸਕਸ ਹੋ ਸਕਦਾ ਹੈ। ਫਿਰ ਹੋ ਸਕਦਾ ਹੈ ਕਿ ਅਸੀਂ ਇੱਥੋਂ ਸਾਡੇ ਲਿਵਿੰਗ ਟਰੈਜਰ ਪਲੇਟਫਾਰਮ ਤੋਂ ਜੋ ਕੁਝ ਵੀ ਅਸੀਂ ਸਾਰੇ ਰਲ ਕੇ ਉਸ ਨੂੰ ਚਾਂਸ ਦੇ ਸਕਦੇ ਹਾਂ। ਪਰ ਲਾਸਟ ਵਿੱਚ ਜੁਝਾਰ ਜੀ ਪੁੱਛਣਾ ਬਹੁਤ ਜ਼ਰੂਰੀ ਹੈ। ਤੁਹਾਡਾ ਸਵਾਲ ਹੋਇਆ ਸੀ, ਆਨਸਰ ਹੋ ਸਕਿਆ ਕਿ ਨਹੀਂ? ਤੁਸੀਂ ਹਰਟ ਤੇ ਨਹੀਂ ਫੀਲ ਕੀਤਾ? ਹਾਂਜੀ ਵੀਰ ਜੀ, ਹਾਂਜੀ ਸ਼ੋਰ। ਸੋ ਮਨ ਦੇਣਾ, ਜਿਹਦੀ ਗੱਲ ਪਸੰਦ ਹੈ, ਜਿਹਦੇ ਤੇ ਕੌਨਫੀਡੈਂਸ ਆ ਗਿਆ, ਜਿਹਦੇ ਤੇ ਟਰਸਟ ਆ ਗਿਆ ਕਿ ਮੇਰੇ ਭਲੇ ਦੀ ਹੀ ਗੱਲ ਕਰਦੇ ਨੇ। ਇਹ ਮੇਰੇ ਪੇਰੈਂਟਸ ਨੇ ਮੈਨੂੰ ਜਦੋਂ ਵੀ ਪਾਣੀ ਤੋਂ ਲੈ ਕੇ, ਖਾਣ ਪੀਣ ਤੋਂ ਲੈ ਕੇ, ਮੇਰੇ ਕੱਪੜਿਆਂ ਤੋਂ ਲੈ ਕੇ, ਮੇਰੇ ਮਲ ਮੂਤਰ ਨੂੰ ਪੂੰਝਣ ਤੋਂ ਲੈ ਕੇ, ਬਚਪਨ ਤੋਂ ਮੈਂ ਨੋਟਿਸ ਕਰ ਰਿਹਾ ਹੈ ਮੇਰੇ ਮਾਤਾ ਪਿਤਾ ਮੇਰਾ ਭਲਾ ਹੀ ਕਰਦੇ ਨੇ। ਤਾਂ ਮੈਨੂੰ ਇਮੋਸ਼ਨਸ ਦੇ ਕਾਰਨ ਔਰ ਲਵ ਦੇ ਕਾਰਨ ਆਸਤਾ ਆਸਤਾ ਅੰਦਰੋਂ ਰਿਸਪੈਕਟ ਪੈਦਾ ਹੁੰਦੀ ਜਾਂਦੀ ਹੈ ਕਿ ਇਹ ਮੇਰੇ ਮਾਤਾ ਪਿਤਾ ਨੇ, ਮੈਂ ਇਹਨਾਂ ਦਾ ਕਿਆ ਸੁਣਾ। ਪਹਿਲੀ ਗੱਲ ਸੁਣਾ, ਅਗਰ ਮੈਂ ਸਿੰਸੀਅਰਲੀ ਸੁਣ ਲਿਆ ਨਾ, ਮਨ ਦੇਣਾ ਸਟਾਰਟਸ। ਮਨ ਦਿੱਤਾ, ਹਾਂ ਹੁਣ ਕਹੋ। ਕਹਿਣ ਦਾ ਮਤਲਬ ਇਹ ਹੈ ਮੈਂ ਆਪਣੇ ਮਨ ਦੀ ਧਰਤੀ ਤੁਹਾਡੇ ਅੱਗੇ ਰੱਖ ਦਿੱਤੀ ਹੈ, ਹੁਣ ਬੀਜ ਬੀਜੋ, ਹੁਣ ਇਹ ਫਸਲ ਉੱਗੇਗੀ। ਪਰ ਮੈਂ मन ਦੀ ਧਰਤੀ ਰੱਖੀ नहीं है, मन बेचे सतगुरु के पास कीता ही नहीं है, तब मैं अपने मन की धरती रखी नहीं। ਇਹਦੇ ਤੇ ਕੰਡੇ ਉਗ ਗਏ, ਕਿੱਕਰ ਉਗ ਗਏ, ਨਿੰਮ ਉਗ ਗਿਆ। ਸੋ ਮਨ ਦੀ ਧਰਤੀ, ਅੱਛਾ ਭਾਂਡਾ ਰੱਖ ਲੈਂਦੇ ਆ। ਮੈਂ ਆਪਣੇ ਮਨ ਦਾ ਭਾਂਡਾ ਰੱਖਿਆ ਹੈ, ਤੁਸੀਂ ਇਹਦੇ ਅੰਦਰ ਵਸਤ ਪਾਓ। ਇਹਨੂੰ ਕਹਿੰਦੇ ਨੇ ਮਨ ਦੇਣਾ। ਮਨ ਦੇਾਂਗੇ ਤਾਂ ਸਿੰਸੀਅਰ ਲਿਸਨਿੰਗ ਸ਼ੁਰੂ ਹੁੰਦੀ ਹੈ। ਹੁਣ ਅਸੀਂ ਇਹਨੂੰ ਸਵਿਚ ਕਰ ਲੈਂਦੇ ਹਾਂ। ਜੇ ਮੈਂ ਸਿੰਸੀਅਰਲੀ ਸੁਣ ਰਿਹਾ ਹਾਂ ਤਾਂ ਇਹਦਾ ਮਤਲਬ ਮੈਂ ਮਨ ਦਿੱਤਾ ਹੈ। ਹਉ ਮਨ ਅਰਪੀ। ਕਿਉਂ? ਕਿਉਂਕਿ ਮੈਨੂੰ ਤੁਹਾਡੇ ਨਾਲ ਪਿਆਰ ਹੈ, ਕਿਉਂਕਿ ਮੈਂ ਸੋਚਦਾ ਕਿ ਮੇਰੇ ਕੋਲ ਅਕਲ ਘੱਟ ਹੈ, ਕਿਉਂਕਿ ਮੈਂ ਸੋਚਦਾ ਕਿ ਮੈਨੂੰ ਇਸ ਵੇਲੇ ਪ੍ਰੋਬਲਮ ਹੈ ਤੇ ਮੈਨੂੰ ਇਹਦੇ ਬਾਰੇ ਸੂਝ-ਬੂਝ ਜਾਂ ਵਿਜ਼ਡਮ ਜਾਂ ਤਜਰਬਾ ਨਹੀਂ ਹੈ। ਤੁਸੀਂ ਦਿਓ, ਤੁਸੀਂ ਵੱਡੇ ਹੋ। ਰੱਬ ਜੀ ਸਭ ਤੋਂ ਵੱਡੇ, ਸਭ ਤੋਂ ਉੱਚੇ ਅਸੀਂ ਕਹਿੰਦੇ ਆ, ਉਹਨੂੰ ਮਹੱਤ ਕਹਿੰਦੇ ਨੇ। ਸਭ ਤੋਂ ਵੱਡਾ ਬਜ਼ੁਰਗ ਕਹਿੰਦੇ ਨੇ, ਸਭ ਤੋਂ ਵੱਡਾ ਸਿਆਣਾ ਕਹਿੰਦੇ ਨੇ। ਸੋ ਜੋ ਸਿਆਣੇ ਦੀ ਸੁਚੱਜੀ ਚੰਗੀ ਮੱਤ ਲਈ ਜਾਂਦੀ ਹੈ ਚੰਗੇ ਗੁਣ ਵਾਸਤੇ, ਇਸ ਨੂੰ ਰੱਬ ਕਹਿੰਦੇ ਨੇ।
कोई आसमान ते बैठा वखरा हस्ती नूं रब नहीं कहते। सोर्स ऑफ विजडम, नॉट वाइसिस। चंगे गुण जिथों लैंदे हां ओनू रब कहंदे ने, चंगे गुण जिथों लैंदे हां इस सारी किरिया नूं रब कहंदे ने, चंगे गुण जिथों लैंदे हां उसनू माता पिता कहंदे हां, चंगे गुण जिथों लैंदे हां उसनू सब ते वड्डा सब तो उच्चा कहंदे हां। चंगे गुण लैण वास्ते मैनू मन देना पैंदा है। मन देण दा मतलब है सिंसीयरली सुनना पैंदा। ए वाले कान नहीं, सिंसियरिटी वाले कान। सिंसियरिटी वाले तां बनणगे कि मैनू सोर्स दे उत्ते जिस सोर्स तो प्राप्त होने ने ਉਹਦੇ ਉੱਤੇ ਕੌਨਫੀਡੈਂਸ ਆ ਗਿਆ ਹੈ। ਇਹਨੂੰ ਸ਼ਰਧਾ ਕਹਿੰਦੇ ਨੇ, ਇਹਨੂੰ ਵਿਸ਼ਵਾਸ ਕਹਿੰਦੇ ਨੇ, ਇਹਨੂੰ ਭਾਵਨਾ ਕਹਿੰਦੇ ਨੇ, ਇਹਨੂੰ ਸਤਿਕਾਰ ਕਰਨਾ ਕਹਿੰਦੇ ਨੇ। ਇਹਦਾ ਮਤਲਬ ਇਹ ਹੁੰਦਾ ਮੇਰੀ ਮਤ ਥੋੜੀ ਹੈ, ਤੁਹਾਡੀ ਮਤ ਜ਼ਿਆਦਾ ਹੈ। ਮੈਂ ਆਪਣੀ ਮਤ ਦਾ ਮਨ ਦਾ ਭਾਂਡਾ ਰੱਖਿਆ, ਮਨ ਬੀਚੈ ਸਤਿਗੁਰ ਕੇ ਪਾਸ ਜਿਸ ਪਿਆਰੇ ਸੀ ਨੇ ਸੋ ਮੈਂ ਤੁਹਾਡੇ ਨਾਲ ਪਿਆਰ ਹੈ। अच्छा ਇਹਦਾ मतलब मन देना टॉपिक बहुत ਵੱਡਾ टॉपिक है पूरे गुरु ग्रंथ साहिब ਦੇ ਵਿੱਚ। मन देना, मत देना, सिर देना, तन देना, देश देना हो मन अर्पी सब तन अर्पी, अर्पी सब देशा हो सिर अर्पी तिस मीत प्यारे जो प्रभ दे संदेशा। ਤਾਂ ਇਹਦਾ मतलब ਸਾਰੀਆਂ ਟਰਮਸ ਇਹਨਾਂ ਦਾ ਕੋਈ मतलब है। वो तन अर्पी का मतलब है नहीं कि बस मैं लेट गया वहां, ए लो जी मैं मत्था टेक दिता है, ए लो जी मैं लंबा लेट गया जिन्हों लोग डंडौत बंधन कहते डंडे वांगू लेट जाते ना जमीन ते। इनू तन अर्पणा नहीं कहते। जे मैं अपना मैसेज अपने कोल रखिया होया, क्वेश्चन भी रखिया होया, क्वेश्चन का आंसर भी कोल रखिया होया, फिर भी मैं क्वेश्चन कर रहा तो कई लोग पता की करते हैं, कई लोग ना कहते ने मैनू तो पता ही है, ये ते मैं सवाल इस करके कर रहा कि होरां नूं समझ आ जाएगा। अपने भांडे विके होए ने, आप उस ख्याल दी उस सुभाव दी प्रैक्टिस करदा नहीं है, होरना वास्ते कीता सी। No need. अपने बारे सोच। मन अर्पण वेले मन दा भांडा अगे रखना है, क्योंकि जिस दी वस्त है वो वस्त मेरे सोचनी दे ढंग दे सवाल दे पिछे जो मैनू अक्ल है उस नाल वो कीमती है, वो वैल्यूएबल है, तां मैं अपना भांडा रखिया है ना। मन दा भांडा रखना मीन सिंसीयरली सुनना। सिंसीयरली सुनना है बायोलॉजिकल जेडे कान ने इन्हां कन्नां नूं नहीं कह रहे ने, क्योंकि जेड़ा बंदा गूंगा है बहरा है वो किस तरह सुनता है, वो भी तो सुनता ही है ना। बोलता है वो जरूरी तो नहीं जबान वाला बोले, बल्कि असी जबान वाले असी ये कन्ना वाले साडे कारण दुनिया च वर्ल्ड वार हो रही है, साडे कारण खिच्चातोई हो रही है, साडे कारण असी समाज बिगाड़िया होया है। जेड़े बेचारे
फिजिकली बायोलॉजिकली कान करके बोलन करके या अखा करके अन्य अंगे अन्य ने बोले ने गूंगे ने बहरे ने या अब अंग करके वो थोड़े जे अंगहीन हैंडीकैप ने उन्हें करके दुनिया जितना नुकसान नहीं हो रहा। एक मेरे मित्र ने लंडन असी कोल अरविंदर सिंह कोल रहे, उन्हों की बेटी ऑटिज्म करके थोड़ी स्लो है, तो मैं उन्होंने कोल जदों भी गया जदों भी उन्होंने मिलिया हर बारी कहते ने ए तो साडे घर कोई खास रूह आई हुई है, इतना प्यार इतने दे जज्बात इतना ध्यान रखती है, इतनी कंसर्न ते एक मां रिसेंटली मेरी माला भाभी जी दी चाची जी उन्हों दा बेटा थोड़ा जिहा इस तरह बीमार सी, तो उन्हों दी हस्बैंड दी डेथ होया 25-30 साल हो गए ने, उन्होंने अपने बेटे नाल रहिंदी सी, कहंदी मेरी तो सारी जिंदगी यही हो सी, भावें वो दुनिया दी नजर विच मेडिकल टर्म्स विच ऑटिज्म सी या स्लो सी या कुछ भी सी, ਇਹਦਾ मतलब इन्हां लोकां करके इतनी प्रॉब्लम नहीं है। जिन्हां दे पुत्तर बिल्कुल ठीक ठाक ने वो पुत्तर मावां नूं कचहरियां च धक्के खवा रहे ने, जिन्हां दे पुत्तर ठीक ठाक ने उन्हां दियां वोटियां दे नाल मिल के वो मां नूं ओल्ड पीपल होम छोड़ आंदे ने। ये गल्लां नहीं ने कि असी ज्यादा वधिया हाँ, पर मेजोरिटी विच सारी दुनिया कोले वाले कन हन पर सुनना नहीं आंदा। दैट मीन्स मन देना नहीं आया। मन देना नहीं आया, सुनना है नहीं है, इहदा मतलब प्रीत नहीं है। असी पिछले प्रोग्रामां च इत्थे तक समझ के अगे टुरे सी सिर देना। आज असी सिर देना कौन पढ़ेगा जी? जुझार जी, अमन जी सिर देना दोबारा तो पढ़ांगे ताकि असी आज तन अर्पणा तक अगे रिकैप कर लईए। पुनीत रीड करेगा। माइक रिव्यू भी आ जाएगा। आई थिंक जब तक वीर जी आ रहे हैं तो मैं थोड़े दिन पहले ही उन्हें GRD टाटा बारे पढ़ रहा सी था, ਉਹਦੇ ਚੋਂ listening बारे लिखता है कि listening is more difficult than speaking, that's why even by nature we have 2 ears, क्योंकि वो सौखा काम नहीं है, वो काफ़ी कीमती काम है। इस करके कुदरत ने सानू 2 ਕੰਨ ਦਿੱਤੇ ਨੇ। ਉਹ ਗੱਲ ਵੱਖਰੀ ਹੈ ਕਿ ਲੋਕੀ ਇਹਨੂੰ ਵੱਖ-ਵੱਖ ਤਰੀਕੇ ਨਾਲ ਵੀ ਵਰਤਦੇ ਨੇ ਕਿ ਵੀ ਮੈਂ ਇੱਧਰੋਂ ਸੁਣ ਕੇ ਉੱਧਰੋਂ ਕੱਢ ਦਿੰਦਾ, ਪਰ ਅਸਲ ਦੇ ਵਿੱਚ ਮੈਨੂੰ ਬਾਇਓਲੋਜੀਕਲੀ ਨਹੀਂ ਪਤਾ, ਬਿਕੋਜ਼ ਆਈ ਥਿੰਕ ਉਹਦੇ 'ਚ ਵੀ ਕੋਈ ਨਾ ਕੋਈ ਰੀਜ਼ਨ ਹੋਏਗਾ। ਪਰ ਆਈ ਐਗਰੀ ਵਿਦ ਵੀਰ ਜੀ ਕਿ ਸੁਣਨਾ ਜਿਹੜਾ ਹੈ ਉਹ ਬਹੁਤ ਹੀ ਜਿਹੜਾ ਹੈ ਉਹ ਬਹੁਤ ਐਫਰਟ ਡਿਮਾਂਡ ਕਰਦਾ ਹੈ, ਤੇ ਇਸ ਕਰਕੇ ਸਾਨੂੰ ਕੁਦਰਤ ਨੇ ਵੀ ਉਸ ਐਫਰਟ ਨੂੰ ਪੂਰਾ ਕਰਨ ਵਾਸਤੇ ਇਹ 2 ਕੰਨ ਦਿੱਤੇ ਨੇ, ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਇਹਨਾਂ ਦੀ ਕਿੰਨੀ ਜ਼ਿਆਦਾ ਵਰਤੋਂ ਕਰੀਏ। ਤੇ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਜਦੋਂ ਅਸੀਂ ਕਿਸੇ ਨੂੰ ਸੁਣ ਲੈਂਦੇ ਹਾਂ ਤਾਂ ਬਹੁਤ ਵਾਰੀ ਬੜੇ ਸਾਰੇ ਮਨੁੱਖਾਂ ਦੀਆਂ ਬੜੀਆਂ ਪ੍ਰੋਬਲਮਸ ਹੱਲ ਹੋ ਜਾਂਦੀਆਂ ਨੇ। ਜਦੋਂ ਕੋਈ ਵੀ ਸਾਡੇ ਅੱਗੇ ਆਪਣਾ ਦਿਲ ਖੋਰ ਕਰਦਾ ਹੈ ਤੇ ਬਹੁਤ ਵਾਰੀ ਉਹਨੂੰ ਸਵਾਲ ਦਾ ਜਵਾਬ ਨਹੀਂ ਚਾਹੀਦਾ ਹੁੰਦਾ, ਸਿਰਫ ਉਹ ਇਹੀ ਉਮੀਦ ਕਰ ਰਿਹਾ ਹੁੰਦਾ ਹੈ ਕਿ ਕੋਈ ਮੈਨੂੰ ਜੱਜ ਕੀਤੇ ਬਿਨਾ, ਕੋਈ ਮੈਨੂੰ ਪਰਖੇ ਬਿਨਾ, ਕੋਈ ਮੈਨੂੰ ਕੁਝ ਵੀ ਕਹੇ ਬਿਨਾ ਬਸ ਮੈਨੂੰ ਦਿਆਨਤਦਾਰੀ ਨਾਲ ਸੁਣ ਲਵੇ, ਮੈਂ ਬਸ ਉਹਨੂੰ ਆਪਣੀ ਗੱਲ ਕਹਿ ਸਕਾਂ। ਸੋ now we are just waiting for VG ਇੱਕ ਵਾਰੀ ਆਉਣਾ ਹੈ, then we will start with ਸਿਰ ਦੇਣਾ। हाँ जी, देखो जेड़ा पिछली बार वाला सवाल सी ना,
उस सवाल ने पूरा हफ्ता मैनू बॉदर किया है। मैनू बॉदर किया या नहीं किया, जदों मेरी वाइफ ने मेरे नाल डिस्कस किया तो उन्हें डबल बॉदर किया कि बई ए फीलिंग आई ना कि जिन्नू मैं कहना चाहता हाँ, कहना चाहती हाँ या रोजमर्रा की लाइफ कहते हाँ, वो मैनू दुश्मन समझता है। ए फीलिंग क्यों आई? इस फीलिंग बारे सानू अपने ते विचार करनी चाहिए है। इस करके भूआ जी ने बहुत कीमती ढंग दे नाल उस गल नू खोलिया, विचारिया। और मैं आज फिर भूआ जी नू बेनती भी करांगा कि उस जिन्हां सज्जना ने क्वेश्चन किया है, भावें कोई वीर जी ने, भावें कोई भैन जी ने या कोई भी बुजुर्ग ने, असी इस पॉइंट नू लैके आना है कि जदों मैं खुद ही बायस्ड हो गया कि इनू ते कहण दा फायदा ही नहीं है, ए मेरी गल सुनदा नहीं है, सुनदी नहीं है, ये मनदा ते है नहीं है, क्योंकि ये मैनू दुश्मन समझदा है। बस इत्थे गेम गड़बड़ हो गई। बाणी मैनू सिखा रही है कि तू जदों मन दे के सुनिया है ਤਾਂ फिर सतगुर नू मन दिता है ते सतगुर ने समझाया होया कि ना को बैरी नहीं बिगाना वाली अवस्था च रहना है। सतगुर ने सिखाया होया तेरे भांडे अंदर ये माल पाया होया कि निंदा भली किसे की नहीं। सतगुर ने समझाया होया कि बुरा भला को किसनू कहिए सगले जी तुम्हारे। सतगुर ने समझाया होया कि ना को मेरा दुश्मन रहा, नाम किसके बैराई। वो मैनू दुश्मन समझदा है या नहीं समझदा है, इस एजम्पशन विच जाना नहीं है। असी अंतरजामी भी नहीं हाँ, और ये जजमेंट सानू करनी भी नहीं चाहिए। क्यों आई ये फीलिंग? क्योंकि उन्होंने सुन के कहना मनदा नहीं है। अच्छा, ना मनना और गल है, कई बार सानू ये फील होंदा है अगला एटीट्यूड प्रॉब्लम है। मैं गल करदा या मैं गल करदी अगला कहंदा बड़े देखे तुम्हारे जैसे, भावें वो सेंटेंस वरते ना वरते करके चला जाए, सानू बड़ा बुरा लगता है। असी सोच लेंदे आ मैनू दुश्मन समझदा है। मतलब ये तो जरूरी नहीं है ना कि असी सारी दुनिया का ठेका लिया होया है और असी हमेशा राइट हाँ, और असी जो कहिए सुनने वाला मन्ने भी जरूर। जेड़ा सिंसियरली सवाल करता है ना, उन्हें अपना सिर रख दिता है। सिर देना। हाँ जी, ये अमनप्रीत जी कौन है? हैंड रेज्ड। ਵੀਰ ਜੀ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਜ਼ਰੂਰੀ ਨਹੀਂ ਹੈ ਕਿ ਸਾਹਮਣੇ ਵਾਲਾ ਤੁਹਾਡੀ ਗੱਲ ਮੰਨੇ ਜਾਂ ਨਾ ਮੰਨੇ, ਪਰ ਜਦੋਂ ਅਸੀਂ ਡਾਕਟਰ ਕੋਲ ਜਾਂਦੇ ਆ ਤਾਂ ਡਾਕਟਰ ਇੰਨੇ ਸਾਰੇ ਪੇਸ਼ੈਂਟਸ ਦੇਖਦਾ ਹੈ, ਤਾਂ ਉਹਨੂੰ ਇਹ ਉਮੀਦ ਨਹੀਂ ਹੁੰਦੀ ਕਿ ਵੀ ਮੈਂ ਇਹਨੂੰ ਦਵਾਈ ਦੇ ਰਿਹਾ ਜਾਂ ਮੈਂ ਇਹਨੂੰ ट्रीटमेंट कर रहे हैं तो ये बंदा मेरी गल सुनेगा और अपना ट्रीटमेंट करेगा। डॉक्टर का ये सोचना गलत है। की सोचना गलत है कि मेरे को जेडे पेशेंट्स आ रहे ने, मैं उन्होंने सजेशन दी, अपना ट्रीटमेंट दिता, एडवाइस दी, तो इनू मनन। मतलब वेयर आई एम कमिंग फ्रॉम इज कि जदों एज अ पेरेंट, एज अ पार्टनर असी एक दूजे नू सलाह दिंदे आ तां सानू ये अंदरों दी चित करदा है कि वो इस गल नू मन्ने और उहदे ते टुरे।
देखो पहली गल, डॉक्टर कोल पढ़ाई करके डायग्नोज करन दी अक्ल, थ्योरी, प्रैक्टिकल सब कुछ करन तो बाद लाइसेंस ਉਹਨੂੰ ਮਿਲਿਆ ਨਾ ਪ੍ਰੈਕਟਿਸ ਕਰਨ ਦਾ। ਚੰਗਾ, ਕੀ ਸਾਨੂੰ ਸਾਰਿਆਂ ਨੂੰ ਇਤਨਾ ਤਜਰਬਾ ਹੈ? ਨਹੀਂ। ਸਾਨੂੰ ਸਭ ਨੂੰ ਭੁਲੇਖਾ ਹੈ ਕਿ ਅਸੀਂ ਸਾਰੇ ਡਾਕਟਰ ਹਾਂ ਇੱਕ ਦੂਜੇ ਦੀ ਜ਼ਿੰਦਗੀ ਦੇ। ਪਰ ਹੋ ਉਲਟਾ ਰਿਹਾ, ਅਸੀਂ ਸਾਰੇ ਮਰੀਜ਼ ਹਾਂ, ਮਨ ਆਪਣੇ ਆਪ ਨੂੰ ਡਾਕਟਰ ਰਹੇ ਹਾਂ। ਅੱਛਾ, ਰੀਅਲ ਡਾਕਟਰ ਦੀ ਕੁਰਸੀ ਤੇ ਬੈਠ ਕੇ ਸੋਚੋ। ਅਮਨ ਜੀ, ਤੁਹਾਡਾ ਸਵਾਲ ਬੜਾ ਕੀਮਤੀ ਹੈ। ਰੀਅਲ ਡਾਕਟਰ ਦੀ ਕੁਰਸੀ ਤੇ ਬੈਠ ਕੇ ਸੋਚੋ, ਇੱਕ ਡਾਕਟਰ ਕਾਮਯਾਬ ਹੈ। फर्ज करो साढ़े रजौरी गार्डन जॉय क्लिनिक वाले डॉक्टर कोहली जी जिन्हों को मैं बहुत ज्यादा रहता, उन्होंने काफी जनरल फिजिशियन करके तजर्बा है, ठीक है। फर्ज करो कोई 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 बंदा डॉक्टर कोहली दे नाल प्रॉपर्टी या XYZ पर्पज करके झगड़ा करता है और डॉक्टर कोहली नूं कोर्ट विच घसीटदा है, तो वह बंदा डॉक्टर कोहली नाल मंदा कर रहा ना, दुश्मनी वाला काम कर रहा ना। करेक्ट? एजम्पशन बना रहा। अच्छा, वो जिहड़ा बंदा है ना जी, ओनू ना फिजिकली कोई बीमारी दी प्रॉब्लम आ गई, वो बंदा जानदा है यार टाउन अंदर सियाणा दे, वैसे डॉक्टर कोहली है भावें मेरा इहदे नाल प्रॉपर्टी दा XYZ सब्जेक्ट उत्ते झगड़ा चल रहा, कोर्ट अंदर झगड़ा चल रहा, कल भी बड़ी तू मैं हुई सी, बड़ी लड़ाई हुई सी, दिस एंड दैट, पर आज ना मेरी बॉडी ते प्रॉब्लम बन आई है, वो ना डॉक्टर दे कोल आ गया। मैं एक हाइपोथेसिस तैयार कर रहा, वो डॉक्टर दे कमरे च आ गया और डॉक्टर दे अगे आके बैठ गया, डॉक्टर साहब मैनू यह प्रॉब्लम है। कि उस वेले डॉक्टर प्रूवन डॉक्टर प्रैक्टिस विच काफी विजडम है, डायग्नोज काफी वधिया कर लैंदा है, फीस कितनी लैंदा या नहीं लैंदा सब्जेक्ट इशू अलग है। कि वो डॉक्टर एट दैट टाइम ये सोचेगा भी ये मैनू दुश्मन समझदा है, मैनू दवाई नहीं देनी, इनू डायग्नोज नहीं करना। नहीं। उस वेले की करेगा? उस वेले उन्होंने मरीज देखेगा कि कल दी कोर्ट वाला वो दुश्मन देखेगा? मरीज देखेगा। जे मरीज देखेगा ओदी नब्ज भी पकड़ेगा, ओदे इत्थे वो भी लगाएगा ब्लड प्रेशर चेक करने वास्ते, करेगा ना, थर्मामीटर भी ओदे मुंह च पाएगा, उन्होंने यह भी नहीं कहेगा तुसी उच्च जात के हो या सो कर नीच जात के हो, कुछ भी नहीं ना करेगा। ਇਹਦਾ मतलब ਜਿਹੜਾ ਬਾਇਸਡ ਹੁੰਦਾ ਨਾ ਇੱਥੇ ਕਿ ਵੀ ਇਹ ਦੁਸ਼ਮਨ ਹੈ, ਇਹ ਸੁਣੇਗਾ ਨਹੀਂ, ਜਾਂ ਇਹ ਨੀਚ ਜਾਤ ਦਾ ਹੈ, ਇਹਨੂੰ ਮੈਂ ਟੱਚ ਕਿਉਂ ਕਰਾਂ, ਇਹ ਸਾਰੀਆਂ ਗੱਲਾਂ ਖਤਮ ਹੋ ਜਾਂਦੀਆਂ ਜਦੋਂ ਰੀਅਲ ਸੈਂਸ ਵਿੱਚ ਡਾਕਟਰ ਮਰੀਜ਼ ਦਾ ਹੱਥ ਪਕੜਦਾ ਹੈ ਤਾਂ ਉਸ ਵੇਲੇ ਇਹ ਨਹੀਂ ਸੋਚਦਾ ਇਹ ਦੁਸ਼ਮਨ ਹੈ, ਮੈਂ ਇਹਦਾ ਹੱਥ ਨਹੀਂ ਪਕੜਨਾ। ਚਲੋ ਦੂਜਾ ਪੁਆਇੰਟ, ਉਹ ਆਇਆ ਕਲੀਨਿਕ ਵਿੱਚ, ਸੇ ਯੈਸ অর ਨੋ? यस। ਉਹ ਕਲੀਨਿਕ ਵਿੱਚ ਆਇਆ ਹੈ, ਉਹਨੂੰ ਇੱਕ ਪਾਸੇ ਇਹ ਖਿਆਲ ਹੈ ਕਿ डायग्नोज करके दवाई ठीक देगा, ठीक है ना? ठीक। ਇਹਦਾ मतलब डॉक्टर साहब ਉਹਨੂੰ जो ਦੱਸਣਗੇ ਉਹ ਮੰਨੇਗਾ जी। ਜੇ ਉਹ ਠੀਕ ਹੋਣਾ ਚਾਹੁੰਦਾ ਤਾਂ ਹੀ ਐਂਟਰ ਹੋਇਆ ਨਾ, राइट। ਜਦੋਂ ਐਂਟਰ ਹੋਇਆ ਨਾ, जो कोर्ट विच केस चल रहा वो वाला दुश्मनी वाला सिर तली ते रख लिया है,
लो जी, ये जो सिर आपके साथ कल बहस करके कोर्ट में आपसे पूरी तरह से पंगा ले रहा है ना, ये मैं सिर लेके आया हूं। ये सिर बोल रहा है कि ये बॉडी बीमार है, इसको ठीक कर दो। एनू कहंदे ने तै साहिब की बात जे आखे कहो नानक क्या दीजे, शीस बड़े मैंने सिर काट दिया, शीस बड़े कर बैसण दीजे, भीड़ सिर सेव करी जाए। हुण मैं ना तुहाडे कोल आया, मनु डायग्नोज करो, मनु ठीक करो प्लीज। ओदी है सिंसियरिटी और डॉक्टर दी विदाउट बीइंग बायस्ड ओनू डायग्नोज करके दवाई देना, दोवां विच दुश्मनी आई नहीं आई। नहीं। अच्छा, क्वेश्चन इच की सी? क्वेश्चन इच ऐसी कि जिहड़ा दूजी पार्टी है वो मैनू दुश्मन समझदी है, ते जे मैं डॉक्टर हाँ ट्रू सेंस विच, तां मैनू ते चाहिदा ना मैं उहनूं दुश्मन ना समझां। ਇਹਦਾ ਮਤਲਬ ਅਸੀਂ ਜਦੋਂ ਵੀ ਰੋਜ਼ ਡਿਸਕਸ ਕਰਦੇ ਹਾਂ, जितने पॉइंट्स, जितनी बाणी पढ़ते हैं, जितने एग्जांपल्स देंदे हैं, जितने सेमिनार करते हैं, जितने यूट्यूब पे, सब दा मकसद है मैं चेंज होना है, मैं अपने मन चों दुश्मनी कड्ढनी है, मैं बायस्ड कड्ढना है, मैं ਉਹਦੇ ਬਾਰੇ ਰਾਏ नहीं बनानी है। ਉਹ ਲੱਖ ਵਾਰੀ ਕਰੋੜ ਵਾਰੀ ਮੇਰੇ ਮੈਸੇਜ ਨੂੰ ਠੁਕਰਾ ਚੁੱਕਾ है, बड़ा डिसग्रेसफुली ठुकरा चुका है। पर मैं जो भांडा सतगुर अगे रखिया सी, सतगुर ने मेरे भांडे नूं साफ करन वास्ते कहता मन अपने ते बुरा मिटाना। हुण यह पंछी मेरे पेड़ ते आया ते मैं एदा जख्म भी ठीक करन नूं तैयार हां, मैनूं पानी भी पिलाण नूं तैयार हां, टॉन्ट नहीं करांगा। कल तक तो बड़ा समझता था अपने आप को, आज आ गया ना पूछने। कल तक तो मानते नहीं थे ना मेरी बात तुम। ਇਹਦਾ मतलब ਅਸੀਂ ਪਹਿਲਾਂ ਆਪ ਸੁਧਰ ਰਹੇ ਹਾਂ। ਗੁਰਬਾਣੀ ਮੈਨੂੰ ਕਹਿੰਦੀ ਹੈ ਤੂੰ ਸਮਾਜ ਸੁਧਾਰਨਾ ਚਾਹੁੰਦਾ ਹੈ, ਦੁਨੀਆ ਦਾ ਭਲਾ ਕਰਨਾ ਚਾਹੁੰਦਾ ਹੈ, ਪਤਾ ਕੀ ਕਰ, ਆਪ ਸਵਾਰੇ ਮੈਂ ਮਿਲੇ ਤਾਂ ਤੂੰ ਰੀਅਲ ਸੈਂਸ ਵਿੱਚ ਸੁਖੀ ਹੋਏਗਾ। ਜੇ ਤੂੰ ਸੁਖੀ ਹੈ ਤਾਂ ਤੂੰ ਕਿਸੇ ਨੂੰ ਦੁਸ਼ਮਣ ਸਮਝੇਗਾ ਹੀ ਨਹੀਂ, ਜੇ ਤੂੰ ਸੁਖੀ ਹੈ ਤਾਂ ਤੂੰ ਕਿਸੇ ਦੀ ਨਿੰਦਾ ਕਰੇਗਾ ਹੀ ਨਹੀਂ, जे तू सुखी है तो तू अनस्टेबल नहीं रहेगा, फिर कर बैसो अर्जन प्यारे हो जाएगा ना। सिर देना तै साहिब की बात जे आखे मनु कोई सच सुनाई देवे मेरे भले वास्ते, मेरे रोग नूं दूर करन वास्ते, मेरे मानसिक अवस्था नूं ठीक करन वास्ते, मैं ओनूं अपना चितराई वाला, सियाणप वाला, अपनी डिग्रियां वाला, अपने स्टेटस वाला, अपने पैसे वाला, अपनी अक्ल वाला सिर मैं रख रहा जी, है ना। ऐसा सतगुर जे मिले जिसनों सिर सौंपी है, विचों आप जाए। सो जिदे नाल प्यार हुंदा है ना, पढ़ रहे हो जी आज फिर सिर देना। बहुत स्लोली सेंटेंस पढ़ना, बहुत बारीक है, असि तो स्लिप ना हो जाइए। हुण तक विवेक बुद्धि मुंह खोलना मन देना पढ़ रहे हैं, हुण असी होर एडवांस कर रहे हैं सिर देना। वो सिर अर्पित इस मीत प्यारे। अच्छा, जिदे नाल प्यार हुंदा है ओदे नाल हुण सिर अर्पणा की हो रहा, सिर देना की है? सिर देना जिस नूं मन दे दिता जाए उस नाल सच्ची प्रीत हुंदी है। वाह, यह बहुत सिंपल, हुण तक मैं बहुत बारी रिपीट कर चुका। प्रीतम दी गल अपनी मन मर्जी तो ऊपर अहमियत रखती है। लो जी, हुण प्रीतम लोकां ने किनू बनाया होया? सारी दुनिया विच ते प्रीतम बॉयफ्रेंड या गर्लफ्रेंड ही है, या सारी दुनिया विच प्रीतम बनाया होया जिहड़े मेरे दोस्त यार ने, ओ बस मेरे दोस्त यार जो कहते हैं वो ठीक है, मम्मी पापा दादा दादी नाना नानी गलत है।
मेरा बॉयफ्रेंड या गर्लफ्रेंड जो कहता है बस वो ठीक है, उसके लिए मैं सारी दुनिया छोड़ने को तैयार हूं। एनू प्रीतम नहीं कहते। प्रीतम ਹੁੰਦਾ ਹੈ ਸੱਚ ਦੀ ਸੋਰਸ, ਜਿਹਨੂੰ ਸੱਜਣ ਕਹਿੰਦੇ ਆ, ਜਿਹਦੇ ਚੋਂ ਚੰਗੇ ਗੁਣ ਨਿਕਲ ਕੇ ਆਉਂਦੇ ਨੇ। ਮੇਰਾ ਸਤਿਗੁਰ, मेरा सतगुर रखवाला हुआ, मेरा प्रभु, मेरा हरजी, मेरा राम, मेरा गॉड, मेरा खुदा, मेरा अल्लाह, मेरा वाहगुरु, वो मेरा प्रीतम है। जो ये गल समझ आएगी ना, तो फिर जेड़ा भी मेरे भले दी गल करता है, ट्रू सेंस जेड़ा मेरा भले दी गल करता है ना, वो मेरे प्रीतम दी गल कर रहा है, क्योंकि वो रब्बी गुण है। मम्मी पापा भी प्रीतम हो गए। दीवार ते किथे लिखिया एक सुचज्जा सुनिया भी प्रीतम हो गया, क्योंकि मैसेज प्रीतम दा है, चंगे गुणा दा है। जेड़ा मैसेज मेरा बेस्ट फ्रेंड मैनू कोल खड़ा होके कवे शराब पी लै, सिगरेट हुक्का पी लै, जेब कट लै, मंदा कम कर लै, वो मेरा प्रीतम दा सुनिया नहीं दे रहा। ते मेरा मन प्रीतम जे बन जाए तो मेरा मन ही माता पिता बनता है, मेरा मन ही सज्जन भैन पिता पति पत्नी बनता है, मेरा मन ही गुरु दी गल सुन के मैनू सुनांदा है, मेरा मन ही मेरा सज्जन बन के कहता है मैनू ते जैसी खसम दी बाणी आ रही है तैसड़ा तुहानू मैं समझा रहा, जैसी मैं आवे खसम की बाणी तैसड़ा करी ज्ञान वे ला लो। पर जे मन सज्जन नहीं है तो मनु कुराए पांदा है। मन सज्जन नू क्या है, सुन साजन प्रेम संदेशरा, अखी तार लगन। कोई मेरे सज्जन, मेरी बॉडी दे जेड़े मालक हो ना, तुसी मेरे सज्जन हो, मनु चंगे गुणा दे सज्जन वाला सुनिया दियो ना। चंगे गुण तुहाडे तां नहीं हन, तुहानू चंगे गुणा दी जिथों मत मिली है, उस रब सतगुर सच सपना का खसम है, वही सज्जन है, वही प्रीतम है। तो ओदा सुनिया मैनू दियो। तै साहिब की बात जे आखे कौन नानक क्या दीजै, कोई कर गल सुनावे हर नाम की, सो लगे गुरसिखा मन मिठा। वो सिक्ख्या मनु चंगी लगती है, मिठी लगती है। जिस भी सोर्स तो आती है, हर सोर्स सारे मेरे सज्जन मित्र हन, पर होनी वो सही चाहिए है, जिदे नाल मेरा रोग कट्टिया जाता है, मेरे किलविक कट्टे जाते ने, मेरे ईवल थॉट्स दा नेगेटिव एटीट्यूड कट्टिया जाता है, मेरा सुभाव फिक्स अप होता है, मैं दुर्जन तो सुरजन बन पांदा हाँ। मैं इमोरैलिटी वाली गल्लां दे बदले मनु मोरैलिटी समझ आती है कि रियल एथिक्स की हन। वो आइडियल्स दे जेड़े गुण होंदे ने ना, उन्हां नू सज्जन कहंदे ने। वो गुण मैं नाल लेके चलना, मेरे भांडे विच सज्जन से ही नाल मैं चलदिया नाल चलन। जिथे लेखा मंगिया तिथे खड़े दिसन, जिथे भी मनु नेगेटिव ख्याल आंदे ने, ਉਹ सज्जन मैनू कम आंदे ने, मेरे नाल मुसीबत वेले खड़े होंदे ने। जमा दा लेखा पैना, ईवल थॉट्स बॉदर करना, नेगेटिव एटीट्यूड बना के नेगेटिव्स कर लेना, जमा दा लेखा औखी कड़ी कहलाता है। सो सिर देना, हाँ जी, जिदे नाल प्यार होंदा है, ओदी गल मनन ते दिल करदा है। हुण अगे पढ़ो। प्यारे दी गल सिर मथे मन लेना अते अपनी मन दी मत छड़ देना ही सिर देन दा लिखायक है। लो जी, अपनी मन की मत छड़ देना।
ਅਮਨ ਜੀ, ਜੁਝਾਰ ਜੀ, ਪੁਸ਼ਪਿੰਦਰ ਜੀ, ਮੈਂ ਸੋਚ ਰਿਹਾ ਕਿ ਕਮਿੰਗ ਜਿਹੜਾ 15 ਅਗਸਤ ਦਾ ਸਾਡਾ ਸੈਮੀਨਾਰ ਆ ਰਿਹਾ ਹੈ, ਇਹਦੇ ਤੇ ਅਸੀਂ ਇਹ ਸੈਮੀਨਾਰ ਕਰੀਏ, ਹਾਊ ਬਾਡੀ ਫੰਕਸ਼ਨਸ, ਕਿ ਅਸੀਂ ਇਹਦਾ ਟੌਪਿਕ ਬਣਾ ਲਾਂਗੇ। ਮੈਨੂੰ ਤੇ ਲੱਗ ਰਿਹਾ ਹੈ ਕਿ ਅਸੀਂ ਇਹ ਸਾਰੀਆਂ ਟਰਮ ਸਾਡੀ ਬਾਡੀ ਤੇ ਕਿਸ ਤਰ੍ਹਾਂ ਐਕਸ਼ਨਸ ਹੁੰਦੇ ਨੇ, ਸਿਰ ਦੇਣਾ ਕੀ ਹੈ, ਮਨ ਦੇਣਾ ਕੀ ਹੈ, ਸੁਰਤ ਕੀ ਹੁੰਦਾ ਹੈ, ਕਿਸ ਤਰ੍ਹਾਂ ਸਾਡੀ ਬਾਡੀ ਫੰਕਸ਼ਨ ਕਰਦੀ ਹੈ, ਕਿਸ ਤਰ੍ਹਾਂ ਸਾਡਾ ਹਾਰਟ ਪੰਪ ਕਰਦਾ ਹੈ, ਕਿਸ ਤਰ੍ਹਾਂ ਸਾਡਾ ਬ੍ਰੇਨ ਆਰਡਰ ਕਰਦਾ ਹੈ। ਜੇ ਇੱਕ ਇੱਕ ਬੰਦਾ ਆਪਣੀ ਇਸ ਤਰੀਕੇ ਦੀ ਕੈਮਿਸਟਰੀ ਨੂੰ ਸਮਝ ਸਕੇਗਾ ਨਾ ਕਿ ਮੇਰੇ ਬਾਡੀ ਦੇ ਆਰਗਨਸ ਕਿਸ ਤਰ੍ਹਾਂ ਫੰਕਸ਼ਨ ਕਰਦੇ ਨੇ, ਹੈ ਨਾ। ਜੀ ਜੀ ਤੋ ਅਸੀਂ 15 ਅਗਸਤ ਦਾ ਇਹ ਵਾਲਾ ਟੌਪਿਕ ਕਰ ਰਹੇ ਹਾਂ। ਤੁਸੀਂ ਇਹਦਾ ਨਾ ਫਾਈਨਲ ਕਰ ਲੈਣਾ, ਲੇਕਿਨ 15 ਅਗਸਤ ਦਾ ਜੁਝਾਰ ਜੀ, ਦਲਵਿੰਦਰ ਜੀ ਜਾਂ ਪੁਸ਼ਪਿੰਦਰ ਜੀ, ਤੁਸੀਂ ਸਾਰਿਆਂ ਨੇ ਮਿਲ ਕੇ ਜਿਹੜਾ ਪੋਸਟਰ ਬਣਾਉਣਾ ਹੈ, ਉਹ ਪੋਸਟਰ ਔਰ ਐਡਵਰਟੀਜ਼ਮੈਂਟ ਉਹਦੀ ਬਣਾ ਲਵੋ। 15 ਅਗਸਤ ਨੂੰ ਅਸੀਂ ਇਹ ਵਾਲਾ ਸੈਮੀਨਾਰ ਕਰਨਾ ਹੈ। ਜੀ ਜੀ ਹਾਂਜੀ ਮੈਂ ਅੱਜ ਤੋਂ ਉਸ ਪਾਸੇ ਮਿਹਨਤ ਪਾਣੀ ਸ਼ੁਰੂ ਕਰ ਦਿੰਦਾ, ਠੀਕ ਹੈ। ਮੈਂ ਆਪਣੇ ਆਪ ਨੂੰ ਇਹ ਡਿਫਿਕਲਟ ਟਾਸਕ ਦਿੰਦਾ ਕਿ ਬਈ ਕੀ ਹੁੰਦਾ ਹੈ ਮਨ ਦੇਣਾ, ਕੀ ਹੁੰਦਾ ਹੈ ਸਿਰ ਦੇਣਾ। ਤਾਂ ਜੇ ਜਾਤ ਸਮਝ ਆ ਜਾਏ, ਤੁਸੀਂ ਕੋਈ ਧਰਮ ਅਪਣਾਓ ਜਾਂ ਨਾ ਅਪਣਾਓ, ਤੁਸੀਂ ਐਥਿਸਟ ਹੋ ਜਾਂ ਕਮਿਊਨਿਸਟ ਹੋ, ਤੁਸੀਂ ਰੱਬ ਮੰਨਦੇ ਹੋ ਜਾਂ ਨਹੀਂ ਮੰਨਦੇ ਹੋ, ਡਜ਼ਨਟ ਮੈਟਰ। ਦੁਨੀਆ ਦਾ ਹਰ ਮਨੁੱਖ ਵਾਸਤੇ ਜਿਸ ਤਰ੍ਹਾਂ ਉਹਦਾ ਬਲੱਡ ਪ੍ਰੈਸ਼ਰ ਨਾਪਣਾ ਹੈ, ਕੋਈ ਰੱਬ, ਕੋਈ ਰਿਚੁਅਲ, ਕੋਈ ਧਾਰਮਿਕ ਸਥਾਨ ਤੇ ਨਹੀਂ ਜਾਣਾ ਪੈਂਦਾ ਨਾ ਰੋਗ ਦੂਰ ਕਰਵਾਉਣ ਵਾਸਤੇ। ਡਾਕਟਰ ਦੀ ਉਹ ਡਾਕਟਰੀ ਸਭ ਜਗ੍ਹਾ ਕੰਮ ਆਉਂਦੀ ਹੈ ਨਾ। ਇਸ ਤਰ੍ਹਾਂ ਅਸੀਂ ਇਹ ਵਾਲੀ ਵਿਚਾਰ ਨੂੰ ਲੋਕਾਂ ਦੇ ਹਿਰਦੇ ਤੱਕ ਸਾਂਝ ਕਰ ਸਕੀਏ, ਹਰ ਕੋਈ ਆਪਣਾ ਡਾਇਗਨੋਸ ਕਰ ਸਕੇ, ਹਰ ਕੋਈ ਆਪਣਾ ਭਾਂਡਾ ਸਾਫ਼ ਕਰ ਸਕੇ, ਹਰ ਕੋਈ ਆਪਣੇ ਤੇ ਅਪਲਾਈ ਕਰਕੇ ਸੁਚੱਜੀ ਆਈਡੀਅਲ ਜੀਵਨ ਜਾਤ ਸਿੱਖ ਲੈ, ਭਾਵੇਂ ਉਹ ਆਪਣੇ ਆਪ ਨੂੰ ਐਥਿਸਟ ਕਮਿਊਨਿਸਟ ਪਿਆ ਸਮਝੇ, ਭਾਵੇਂ ਤਰਕਸ਼ੀਲ ਸਮਝੇ, ਭਾਵੇਂ ਆਪਣੇ ਆਪ ਨੂੰ ਨਾਸਤਿਕ ਸਮਝੇ, ਤੇ ਭਾਵੇਂ ਆਪਣੇ ਆਪ ਨੂੰ ਆਸਤਿਕ ਸਮਝੇ। ਰੀਅਲ ਸੈਂਸ ਵਿੱਚ ਸਿਰ ਦੇਣਾ ਕੀ ਹੈ? ਸਿਰ ਮੱਥੇ ਮੰਨ ਲੈਣਾ, ਸਿਰ ਮੱਥੇ ਮੰਨ ਲੈਣਾ ਹੈ ਈਡੀਅਮ ਹੋ ਗਿਆ। ਕਿਹਦੀ ਗੱਲ? ਪਿਆਰੇ ਦੀ, ਜਿਹਦੇ ਨਾਲ ਪਿਆਰ ਹੈ, ਜਿਹਦੇ ਨਾਲ ਪਿਆਰ ਹੈ। ਪਿਛਲਾ ਟੌਪਿਕ ਸੀ, ਅਸੀਂ ਉਹਦੀ ਮਨ ਦੇ ਕੇ ਗੱਲ ਸੁਣਦੇ ਹਾਂ। ਮਨ ਦੇ ਕੇ ਮਤਲਬ ਧਿਆਨ ਨਾਲ ਸੁਣਦੇ ਹਾਂ। ਮੈਨੂੰ ਇੱਕ ਸੀਨ ਯਾਦ ਹੈ, ਮੈਂ ਉਹਨਾਂ ਦੀ ਕਾਉਂਸਲਿੰਗ ਕੀਤੀ ਸੀ। ਬੇਟਾ ਪਿਓ ਦੇ ਨਾਲ ਲੜ ਰਿਹਾ ਸੀ, ਉਹਦੀ ਮਾਂ ਨੇ ਮੈਨੂੰ ਕਿਹਾ ਕਿ ਬਈ ਤੁਸੀਂ ਨਾ ਕਿਸੇ ਤਰ੍ਹਾਂ ਇਹਨਾਂ ਦੀ ਕਾਉਂਸਲਿੰਗ ਕਰਾ ਦਿਓ, ਇਹ ਦੋਨੋਂ ਬਹੁਤ ਲੜਦੇ ਨੇ। ਮੈਂ ਕਿਹਾ ਅੱਛਾ, ਮੈਂ ਟਰਾਈ ਕਰਦਾ। ਮੈਂ ਉਹਨਾਂ ਦੇ ਘਰ ਗਿਆ। 5-6 ਸੀਟਿੰਗਸ ਤੋਂ ਬਾਅਦ ਫਾਈਨਲ ਗੱਲ ਇਹ ਪਤਾ ਲੱਗੀ ਕਿ ਪਿਤਾ ਕਹਿ ਰਿਹਾ ਕਿ ਵੀ ਇਹ ਰਾਤੀ ਦੇਰ ਨਾਲ ਆਂਦਾ ਹੈ, ਔਰ ਮੈਨੂੰ ਇਹ ਨਹੀਂ ਪਤਾ ਹੈ, ਜਦੋਂ ਤੱਕ ਇਹ ਨਹੀਂ ਆਂਦਾ ਮੈਨੂੰ ਕਾਫੀ ਵਰੀ ਰਹਿੰਦੀ ਹੈ। ਮੇਰੀ ਮਾਂ ਵੀ, ਮਤਲਬ ਬੱਚੇ ਦੀ ਦਾਦੀ ਵੀ ਕਾਫੀ ਦੁਖੀ ਰਹਿੰਦੀ ਹੈ, ਦਾਦਾ ਵੀ ਬੜਾ ਦੁਖੀ ਰਹਿੰਦਾ ਹੈ, ਤੇ ਉਹਨਾਂ ਦੇ ਘਰ ਵਿੱਚ ਉਹਨਾਂ ਦੀ ਭੂਆ ਸੀ, ਉਹ ਵੀ ਕਾਫੀ ਦੁਖੀ ਰਹਿੰਦੀ ਹੈ ਵੀ ਮੁੰਡਾ ਅੱਧੀ ਰਾਤੀ ਬਾਹਰ ਗਿਆ ਹੋਇਆ, ਪਤਾ ਨਹੀਂ ਕਿੱਥੇ ਕਾਰ ਨਾਲ ਐਕਸੀਡੈਂਟ ਨਾ ਹੋ ਜਾਏ, ਪੁਲਿਸ ਦੇ ਚੱਕਰ ਵਿੱਚ ਨਾ ਫਸ ਜਾਏ, ਕਿਧਰੇ ਸ਼ਰਾਬ ਤਾਂ ਨਹੀਂ ਪੀਂਦਾ, ਨਸ਼ੇ 'ਚ ਟੱਕਰ ਨਾ ਹੋ ਜਾਏ। ਬੜੇ ਸਾਰੇ ਉਹਨਾਂ ਨੇ ਨੈਗੇਟਿਵਸ ਬਣਾਏ ਹੋਏ ਸੀ। ਸੋ ਅਲਟੀਮੇਟਲੀ ਬੇਟੇ ਨੂੰ ਜਦੋਂ ਮੈਂ ਇਹ ਸਮਝਾ ਪਾਇਆ ਕਿ ਤੂੰ ਪੇਰੈਂਟਸ ਨਾਲ ਬਹਿਸ ਨਹੀਂ ਕਰਨੀ, ਇਹਨਾਂ ਨਾਲ ਲੜਨਾ ਨਹੀਂ ਹੈ, ਹੀ ਐਗਰੀਡ। ਉਹਨੂੰ ਅੱਛੀ ਤਰ੍ਹਾਂ ਗੱਲ ਸਮਝਾ ਚੁੱਕੀ ਸੀ। ਫਿਰ ਉਹਨੇ ਮੇਰੇ ਸਾਹਮਣੇ पता नहीं शायद ਉਹਦੀ दादी ने किया या बुआ ने क्या, अच्छा तू फिर ना दादी को और पापा को पैरों को हाथ लगा के माफी मांग ले और कह अच्छा आगे से मैं ऐसे नहीं करूंगा। सो मेरे सामने उन्हें इंज कीता। आई डिड नॉट से कि तू इंज कर। खैर ਉਹਦੇ ਕਹਿਣ ਤੇ ਉਹ ਉੱਠਿਆ, ਉਹਨੇ ਆਪਣੀ ਦਾਦੀ ਨੂੰ ਔਰ ਪਿਓ ਨੂੰ ਪੈਰਾਂ ਤੇ ਹੱਥ ਲਗਾ ਕੇ ਕਿਹਾ अच्छा है आगे से नहीं करूंगा, आई एम रियली वेरी सॉरी।
पर उस तो बाद वो राती 3 ਵਜੇ तक आंदा रहा, उंज ही करदा रहा। ਇਹਦਾ मतलब ਉਹਨੇ ਸੁਣਿਆ ਸੀ पर नहीं सुनिया सी। किस सेंस विच नहीं सुनिया सी? मन दे के नहीं सुनिया सी, ध्यान नाल नहीं सुनिया सी। जे अमली तौर ते प्रैक्टिकली उस पॉइंट उत्ते एक्शन ठीक कर लेंदा तो मानना पड़ेगा सुना भी था, मन के कानों से सुना था, सिंसियरली सुना था। इसको अपने पेरेंट्स के साथ प्यार सत्कार है। दादा दादी के साथ प्यार सत्कार है। यही टर्म उथे कही है, सीस निवाए क्या थी है, जा हृदय को शुद्धे जाए, मन तो तेरा साफ नहीं है, मतलब तो सिंसियरली नहीं सुन रहा। मम्मी पापा दादा दादी कंसर्न हन, पर वो डंडे दे नाल जे समझाना चाहन तां गलत हो जाएगा। लोकां नूं कहण ਇਹ ਤਾਂ ਸਾਨੂੰ ਦੁਸ਼ਮਣ ਸਮਝਦਾ ਜੀ, ਇਹਨੂੰ ਤੇ ਦੂਜਿਆਂ ਦੀਆਂ ਗੱਲਾਂ ਪਸੰਦ ਨੇ। ਹੋਰਾਂ ਦੀ ਗੱਲ ਸੁਣ ਕੇ ਮੰਨ ਜਾਂਦਾ ਹੈ। ਕਈ ਵਾਰੀ ਪਤਨੀ ਵੀ ਇਹ ਕਹਿੰਦੀ ਹੈ ਨਾ, ਲਓ ਜੀ ਮੈਂ ਕਹਿੰਦੀ ਆ ਤੇ ਮੇਰੀ ਗੱਲ ਨਹੀਂ ਮੰਨਦਾ ਮੇਰਾ ਪਤੀ, ਪਰ ਕੋਈ ਹੋਰ ਕਵੇ ਤਾਂ ਮੰਨ ਜਾਂਦਾ। ਬਾਇਸਡ। अजी अगर किसी और के कहने से भी अच्छा सुनया मान जाता है तो शुक्र है। सुनया तूने दिया या मैंने दिया ये तो मतलब ही नहीं है, सुनया बिलोंग्स टू गॉड। चंगा सुनया है। ते मैं एक शायर दी गल भी सुनी सी। शायर कहंदा वो जो कहती है वो दुरुस्त होता है, वो जो कहती है वो दुरुस्त होता है, कोई और कहे तो फुकरा। वो जो कहती है वो दुरुस्त होता है, कोई और कहे तो फुकरा। मुझे समझ नहीं आ रहा मैं दुरुस्त हूं या फुकरा। आई अमन जी एक गल समझ आई? वो जो कहती है वो दुरुस्त, कोई और कहे तो फुकरा। कई बार जो हो जाता है ना, घर वाले इंज कह दिंदे ने कि ਉਹ ਜਿਹੜਾ ਕੋਈ ਤੁਹਾਨੂੰ ਕੁਝ ਕਹਿੰਦਾ ਤੁਸੀਂ ਜਿਸ ਲਾਇਆ ਗੱਲੀ ਉਸ ਨਾਲ ਉੱਠ ਚੱਲੀ, ਐ ਤੁਸੀਂ ਦੂਜਿਆਂ ਦੀਆਂ ਗੱਲਾਂ ਸੁਣ ਲੈਂਦੇ ਹੋ। ਕੋਈ ਕਹਿੰਦਾ ਹੈ ਸ਼ਹਿਦ ਵਿੱਚ ਨਿੰਬੂ ਪਾ ਕੇ ਪੀਣਾ ਚਾਹੀਦਾ, ਤੁਸੀਂ ਪੀਣਾ ਸ਼ੁਰੂ ਕਰ ਦਿੰਦੇ ਹੋ। ਕੋਈ ਕਹਿੰਦਾ ਹੈ ਦਾਲਚੀਨੀ ਖਾਣੀ ਚਾਹੀਦੀ, ਉਹ ਖਾਣਾ ਸ਼ੁਰੂ ਕਰ ਦਿੰਦੇ। ਕੋਈ ਕੁਝ ਕਹਿੰਦਾ, ਹਰ ਕਿਸੇ ਦੀ ਗੱਲ ਨਾ ਸੁਣ ਲਿਆ ਕਰੋ, ਹੈ ਨਾ। ਅੱਛਾ ਜੇ ਉਹਨੂੰ ਪਤਾ ਲੱਗ ਜਾਏ ਕਿ ਬਈ गर्म पानी नींबू और दालचीनी पाके भला हो सकता है, वो अपने पति को कह रही है आपको ना अगर नींद नहीं आती है, पेट साफ नहीं होता है, तो आप ना नींबू और गर्म पानी और दालचीनी डाल के इसको रात को पिया करो। उन्हें समझा रही है पति नू। पर जे गल कोई होर कहंदा सी तो वो कह रही थी कोई भी कहता है उसकी हर किसी की बात मत मान लिया करो, है ना। एन जी कई जगह पति, कई जगह सास, कोई ना कुछ कहते ने। अच्छा तो शायर कहता जो वो कहती है वो दुरुस्त। भाई जिस दिन वो कहे कि तुसी दालचीनी और शहद नींबू पा के पी लिया करो, उस दिन दुरुस्त है।
पर तेरे तो पहला किसी और ने कहा सी दुरुस्त नहीं है। वो जो कहती है वो दुरुस्त, कोई और कहे तो फुकरा। शायर कहता मैं सोच रहा हूं, मुझे समझ नहीं आ रही मैं दुरुस्त हूं या फुकरा। ਇਹਦਾ ਮਤਲਬ ਪਤਾ ਕੀ ਹੋਇਆ? ਇਹਦਾ ਮਤਲਬ ਇਹ ਹੋਇਆ ਕਿ ਸਾਨੂੰ ਸਹੀ ਮੈਸੇਜ ਨਾਲ ਜੁੜਨਾ ਚਾਹੀਦਾ ਹੈ। ਮੈਸੇਜ ਕਿਹਦੇ ਵੱਲੋਂ ਆਇਆ ਹੈ? ਬਾਇਸਡ ਨਹੀਂ ਹੋਣਾ, ਮੈਸੇਜ ਦਾ ਪੱਲਾ ਫੜਨਾ ਚਾਹੀਦਾ ਹੈ। ਸੁਨੇਹਾ ਲੈਣ ਦੀ ਜਾਚ ਸਿੱਖਣੀ ਚਾਹੀਦੀ ਆ। ਸੁਨੇਹੇ ਨੂੰ ਰੱਬ ਦਾ ਸੁਨੇਹਾ ਕਹਿੰਦੇ ਨੇ, ਸੁਨੇਹੇ ਨੂੰ ਸ਼ਬਦ ਗੁਰੂ ਕਹਿੰਦੇ ਨੇ, ਸੁਨੇਹੇ ਨੂੰ ਵਿਜ਼ਡਮ ਕਹਿੰਦੇ ਨੇ, ਸੁਨੇਹੇ ਨੂੰ ਸਤਿਗੁਰ ਕਹਿੰਦੇ ਨੇ। ਸਤਿਗੁਰ ਮੀਨਸ ਯੂਨੀਵਰਸਲ ਟਰੂਥ। मन अपने ते बुरा मिटाना, यूनिवर्सल ट्रूथ। मन की मत त्यागो अर्जन, हुक्म बूझ सुख पाइए रे। सबको मीत बना, किसी ने दुश्मन ना बना। सबको मीत हम आपन की ना, हम सबना के साजन। दुश्मनी ना रख मन अंदर, नफरता ना पाल। ऐ सतगुर है। सतगुर कोई फिजिकल बॉडी तो नहीं किथे बैठी हुई, किसी बंदे नूं ते सतगुर कहंदा ही नहीं ना। सतगुर मेरा सदा सदा ना आवे ना जाए, ओ विनाशी पुरख है, सब मैं रहा समाए। सो असी अल्टीमेटली इत्थे अज पहुंचे, प्यारे दी गल सिर मथे मन लेना, अपनी मन की मत छड्ड देना। जेड़े लोकी अपने क्वेश्चन दे नाल अपना आंसर नाल रख के सवाल करते ने ना, वो मन की मत ते छड्डी ही नहीं है, सुनाई देगा ही नहीं, अंदर शोर चल रहा है ना। अगर ये कहेगा तो मैं आगे से फिर ये पूछूंगा, ये पूछूंगी, अगर ये कहेगा तो फिर ये पूछूंगी। मेरी ओपिनियन में तो आई डिसएग्री विद इट। इंज ही कर दिया ना, वो सवाल सिंसीयर नहीं होता है। उस सवाल दे बदले आंसर अपने कोल रखिया होया है, और यह भी मन्या होया है ओवर कॉन्फिडेंस नाल कि मेरा आंसर ठीक ही है। समझ आई नहीं और ठीक भी समझ लिया, और फिर क्रॉस क्वेश्चन करने वाले अपनी चतुराई पूरी रख ली, तब मन की मत छड्डी नहीं है, सिर दिता ही नहीं है, गल सुनी ही नहीं है। सिर तली ते रखण दा मतलब है प्रेम है। जो तो प्रेम खेलन का चाहो टर्म बड़ी कीमती है कि सिर तली ते रखना पवेगा। इंज इनू कट के हाथ च रखण वाली गल नहीं चल रही, बायोलॉजिकल कट के रखण दी गल नहीं चल रही। हाँ जी, अमन जी जुझार जी, इस तो अगे तन अरपना पढ़ना है कि अज दा सब्जेक्ट इत्थे कंप्लीट है। मैं सोच रहा कि बाकी जो भी साडे सियाणे सज्जण आए ने, विंदरी जी, मिंदरपाल जी या इंदरपाल जी या साडे बॉम्बे वालियां भैणां अरविंदर जी या सतविंदर जी, कोई भी कुछ भी शेयरिंग करना चाहता उन्हां दी लै लो, नहीं ते सवाल जवाब लै लो। आई थिंक इट्स इनफ। हाँ जी, ये वाला टॉपिक बोरिंग तो नहीं होया? मैं बहुत स्लो कोशिश करदा वां। नहीं वी जी, बहुत वैलिड पॉइंट्स तुसी शेयर कीते ने ते आई थिंक दिस टॉपिक इज कंप्लीटेड टुडे। बिफोर वी टेक एनी क्वेश्चंस एंड शेयरिंग्स फ्रॉम एनीवन, मैं सारे नाल क्योंकि 8:30 हो गए ने, फिर लोकी लीव कर जांदे ने। मैं एक इंपॉर्टेंट ਜਿਹੜੀ ਗੱਲ ਸੀ ਉਹ ਸ਼ੇਅਰ ਕਰਨਾ ਚਾਹੁੰਦਾ। ਲਿਵਿੰਗ ਟ੍ਰੈਜਰ ਨੇ ਇੱਕ ਪਿੱਛੇ ਉਪਰਾਲਾ ਕੀਤਾ ਸੀਗਾ ਜਿਹਦੇ ਵਿੱਚ ਦਲਵਿੰਦਰ ਵੀਰ ਜੀ ਨੇ ਸਭ ਤੋਂ ਜ਼ਿਆਦਾ ਐਫਰਟਸ ਪਾਏ ਸਨ ਕਿ ਉਹਨਾਂ ਨੇ ontario ਗਵਰਨਮੈਂਟ ਦੇ ਨਾਲ, ਕੈਨੇਡਾ ਗਵਰਨਮੈਂਟ ਦੇ ਨਾਲ ਟਾਈ ਅਪ ਕਰਕੇ ਗੱਲ ਕਰਕੇ ਕੁਝ ਕੰਸੈਂਟਰੇਟਰਸ 100 ਕੰਸੈਂਟਰੇਟਰਸ ਜਿਹੜੇ ਆਕਸੀਜਨ ਕੰਸੈਂਟਰੇਟਰਸ ਨੇ ਉਹ ਕੋਵਿਡ ਪੇਸ਼ੈਂਟਸ ਵਾਸਤੇ ਇੰਡੀਆ ਮੰਗਵਾਏ ਸਨ। ਸੋ ਉਹ ਸਾਡੇ ਕੋਲ ਲਾਸਟ ਵੀਕ ਆਏ ਸਨ ਐਂਡ ਅਸੀਂ ਉਹਨਾਂ ਵਿੱਚੋਂ 25 ਹਰ ਆਰਗੇਨਾਈਜੇਸ਼ਨ ਜਿਹੜੀ ਗਰਾਊਂਡ ਵਰਕ ਕਰਦੀ ਪਈ ਹੈਗੀ ਹੈ ਖਾਲਸਾ ਏਡ ਦੇ ਨਾਲ,
ਯੂਨਾਈਟਿਡ ਸਿੱਖਸ ਔਰ ਹੇਮਕੁੰਟ ਫਾਊਂਡੇਸ਼ਨ ਜਿਹੜੇ ਇੰਡੀਆ ਵਿੱਚ ਬਹੁਤ ਕੰਮ ਕਰ ਰਹੇ ਨੇ ਕੋਵਿਡ ਦੇ ਵਿੱਚ, ਉਹਨਾਂ ਨਾਲ ਸਾਰਿਆਂ ਨਾਲ ਅਸੀਂ ਇਹ ਸਾਰੇ ਕੰਸਨਟ੍ਰੇਟਰਸ ਸ਼ੇਅਰ ਕੀਤੇ ਨੇ। ਸੋ ਉਹਦੇ ਵਾਸਤੇ ਇੱਕ ਛੋਟਾ ਜਿਹਾ ਵੀਡੀਓ ਅਸੀਂ ਅੱਜ ਅਪਲੋਡ ਕੀਤਾ ਸੀ। ਮੈਂ ਸਾਰਿਆਂ ਨਾਲ ਉਹ 2-4 ਮਿੰਟ ਦਾ ਵੀਡੀਓ ਹੈਗਾ, ਮੈਂ ਸਾਂਝ ਕਰਨਾ ਚਾਹੁੰਦਾ ਤਾਂ ਕਿ ਜਿਹੜਾ ਐਫਰਟ ਸਾਰੀ ਟੀਮਸ ਪਾ ਰਹੀਆਂ ਨੇ ਕੋਵਿਡ ਦੇ ਉੱਤੇ ਸੇਵਾ ਕਰ ਰਹੀਆਂ ਨੇ। ਸੋ ਔਰ ਜਿਹੜੀ ਲਿਵਿੰਗ ਟ੍ਰੇਜਰ ਦਾ ਹੈ ਆਈਡੀਆ ਕੰਸੀਵ ਕੀਤਾ ਦਲਵਿੰਦਰ ਵੀਰ ਜੀ ਨੇ, ਔਰ ਉਹਨਾਂ ਨੇ ਇੰਨੀ ਮਿਹਨਤ ਕਰਕੇ ਆਪਣੇ ਸਿੰਗਲ ਹੈਂਡਡਲੀ ਇਸ ਪ੍ਰੋਜੈਕਟ ਨੂੰ ਸੰਭਾਲਿਆ ਤੇ ਅਸੀਂ ਸਾਰੇ ਉਹਨਾਂ ਨਾਲ ਇਹ ਵਾਲੇ ਜਿਹੜੇ ਕੰਸਨਟ੍ਰੇਟਰ ਹੈਗੇ ਸਨ ਅਸੀਂ ਸਾਂਝ ਪਾ ਪਾਏ। ਮੈਂ ਉਹਨਾਂ ਵਾਸਤੇ ਇੱਕ ਵੀਡੀਓ ਅਸੀਂ ਅੱਜ YouTube ਤੇ ਅਪਲੋਡ ਕੀਤਾ ਸੀ, ਮੈਂ ਆਪ ਦੇ ਨਾਲ ਉਹ ਸਾਰਿਆਂ ਨਾਲ ਸਾਂਝ ਪਾਉਣਾ ਚਾਹ ਰਿਹਾ। ਸੋ ਜਸਟ ਫਿਊ ਮਿੰਟਸ ਵਾਸਤੇ ਅਸੀਂ ਇਹ ਦੇਖਾਂਗੇ, ਫਿਰ ਉਸ ਤੋਂ ਬਾਅਦ ਅਸੀਂ ਕਲਾਸ ਨੂੰ ਕੰਟੀਨਿਊ ਕਰਾਂਗੇ। ਥੈਂਕ ਯੂ ਸੋ ਮਚ, ਪਲੀਜ਼ ਵਾਚ ਇਟ। ਇੱਕ ਸੈਕਿੰਡ ਬੋਲ एक सेकंड। The video is visible. यार आवाज नहीं आ रही, आवाज नहीं आ रही, बिल्कुल भी नहीं, और बफर भी बहुत स्लो हो रहा है। अच्छा मैं ਤੁਹਾਨੂੰ ਲਿੰਕ ਦੇਣਾ, ਤੁਸੀਂ ਪਲੇ ਕਰੋ ਐਜ਼ ਅ ਹੋਸਟ, ਮੇਬੀ ਤੁਹਾਡੇ ਕੋਲ ਜਸਟ ਵੇਟ। I shared the link. हाँ जी, Try to share this. हाँ मैं share- Vaheguru Ji Ka Khalsa, Vaheguru Ji Ki Fateh. All of us are well aware that the last 2-3 months was a very difficult time for all of us. Everywhere there was anxiety, fear of death, depression, loss of loved ones. The second wave of COVID pandemic was really very difficult and critical for everyone. I should say India was literally gasping for breath. And at this point came to rescue organizations such as Khalsa Aid, United Sikhs, Hemkund Foundation, Living Treasure, and many more organizations. These organizations worked day in and out, 24/7, to provide their services to the needy. Taking this to the next level, the Living Treasure conceived the idea of procuring more oxygen concentrators from Canada in consultation with the Government of Ontario, so that masses at large could be benefited. धन्यवाद आपका, आपने हमारे पास एक लिंक पहुंचाई, हमारे घर में राशन लिखा, उसके हम आपके लिए बहुत आभारी हैं। आपने हमारे घर पे सामान श्रीकाल जी, आपने लॉकडाउन में हमारी मदद की है, आपने राशन पानी दिया। ਤੁਹਾਡੇ ਬੜੇ ਧੰਨਵਾਦ ਹੈ, ਤੁਸੀਂ ਜਿਹੜੀ ਸਾਡੀ ਸੇਵਾ ਕੀਤੀ ਹੈ, ਤੁਹਾਨੂੰ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ। Now, all these organizations not only provided oxygen, but they also provided food to the needy, food to the hungry. They provided essential services, even financial help. And not to forget,
They picked up COVID bodies. They even performed last rites of the unclaimed bodies. Real heroes are all these volunteers. Hats off to these volunteers and these organizations who have worked to bring happiness in lives of so many people, because they go by Guru Nanak Sahib's philosophy: recognize human as one race. They go by the philosophy that religion for them is humanity. On behalf of United States India, we want to thank Premier Doug Ford and the Ontario government for providing us oxygen concentrators at the difficult times of the COVID-19. Thank you very much. We at Hemkund Foundation would like to thank the government of Ontario for supporting us with concentrators, because we have been providing the citizens of India free oxygen concentrators and cylinders across 12 states. So this will obviously help our efforts and help us provide more support to people who are marginalized. So once again, thank you to the government of Ontario. On behalf of Khalsa Aid team, I would like to say thanks to Premier Ford and citizens of Ontario who have provided us with 25 oxygen concentrators to serve people who are in need of oxygen during this COVID pandemic. So we are very thankful to them that they have supported us, and we hope that in future also they'll be supporting us for this noble cause. I would like to extend my deepest, heartfelt gratitude to Premier Ford and all the citizens of Ontario for providing us the oxygen concentrators so that we can bring relief in the lives of so many needy people. Thank you so much again to all the organizations, to all the volunteers. Thank you, Ontario. 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 Together, we all can make a difference in this world. मेरा एक ही बच्चा है, उसको BLL है brain. Thank you so much, Amanji. This is a project which we have conceived, and ਇਹਦੇ ਵਾਸਤੇ Ontario government Canada ਨੇ ਸਾਨੂੰ ਕਾਫੀ support ਕੀਤਾ, and I'm very thankful to Harpreet ji who has made this lovely video, ਸਾਰੀ audios or videos and pictures ਨੂੰ edit ਕਰਕੇ on a short notice ਰਾਤ ਬੈਠ ਕੇ ਇਹਨੇ ਇਹ video ਬਣਾਇਆ ਹੈ. I'm very thankful to him. And thanks to everybody who has supported us for this noble cause. And ਅੱਗੇ ਵੀ ਉਮੀਦ ਕਰਦੇ ਹਾਂ ਕਿ ਜਿਹੜੇ ਵੀ ਪ੍ਰੋਜੈਕਟਸ ਸਾਡੇ ਹੈਗੇ ਨੇ ਉਹਦੇ ਵਾਸਤੇ ਸਾਰੀ ਸੰਗਤਾਂ ਕੰਟਰੀਬਿਊਟ ਕਰਦੀਆਂ ਰਹਿਣਗੀਆਂ. ਥੈਂਕ ਯੂ ਸੋ ਮਚ. ਸੋ ਇਸ ਤੋਂ ਇਲਾਵਾ ਮੈਂ ਹੁਣ ਵਿੰਦਰੀ ਭੂਆ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਪਲੀਜ਼ ਆਪਣੀ ਵੀਡੀਓ ਔਨ ਕਰਨ ਐਂਡ ਅਨਮਿਊਟ ਯੋਰਸੈਲਫ ਐਂਡ ਅੱਜ ਦੇ ਟੌਪਿਕ ਬਾਰੇ ਪਲੀਜ਼ ਸਾਡੇ ਨਾਲ ਜ਼ਰੂਰ ਸਾਂਝ ਪਾਓ. ਹਾਂਜੀ ਵਿੰਦਰੀ ਭੂਆ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਕਹਿੰਦੇ ਨਾ ਕਿ ਮਨ ਦੇ ਅੰਦਰ ਨਾ there are different areas ਜਿਸ ਨੂੰ ਅਸੀਂ ਕਹਿੰਦੇ ਨੇ the land of the fantasy. ਇੱਕ fantasy world ਅੰਦਰ ਹੁੰਦਾ ਹੈ ਤੇ ਮਨ ਦੇ ਅੰਦਰ, ਜਿਸ ਦੇ ਵਿੱਚ ਖਾਲੀ assumptions ਹੁੰਦੀਆਂ. We keep on assuming, and a little part of the man is in, we have a framework. We want everyone to fit inside that framework. So देख लो whole life साडा मन is always assuming, making stories, अपनी भी life hell और लोगों दी भी life hell. And second thing, ਅਸੀਂ ਸਾਰਿਆਂ ਨੂੰ ਚਾਹੁੰਦੇ ਕਿ ਸਾਰੇ ਮੇਰੇ ਹਿਸਾਬ ਨਾਲ ਚੱਲਣ, ਉਹ ਕਰਨ ਜੋ ਮੈਂ ਕਹਿ ਰਹੀ ਹਾਂ, ਉਹ ਕਰਨ ਉਸ ਰਸਤੇ ਤੇ ਚੱਲਣ ਜੋ ਮੈਂ ਕਹਿ ਰਹੀ ਹਾਂ. So we want everyone to fit into that framework. Both the energies are home. क्योंकि जदों ਅਸੀਂ fantasy land ਵਿੱਚ ਹੁੰਦੇ we always assume, that means we are always judging and blaming and trying to fit everyone into that framework also is expectations. So whole life judgments, blame game and expectations. अपनी भी जिंदगी खराब ते लोगों दी भी जिंदगी खराब. So then what happens, जदों एक situations आंदियां ना ते ਅਸੀਂ लोग बड़ी कोशिश करते हैं अपने मन मत यूज करके with all type of knowledge. हार जाते हैं तो ਅਸੀਂ ਕਹਿੰਦੇ हैं okay now I surrender. I say I surrender.
but this is not the surrender. This surrender, the अंदर एक बीज है, again expectation, blame game, judgment, hurt. This is not the surrender. The total surrender is when total expectation, acceptance, total acceptance. जिद्दे साड़ी कोई भी अपनी मनमती नहीं है, जिथे उस गुरु दी मत हैगी, जिथे there is no blame game, जिथे कोई भी बुरा नहीं है. No one is wrong, no one is right. So there is total acceptance, no blame game, no judgment, and always where we are let go, let go. That is called total surrender. Total love, that is called total love, is total surrender. जिथे साड़ी हमें पूरी तरह मर चुकी है. तो ये भुलेखा बड़ा है कि ਅਸੀਂ ਕਹਿੰਦੇ ਜੀ okay we have lost now, ਅਸੀਂ ਤੇ surrender ਕਰ ਗਏ. But ਅਸੀਂ ਭੁਲੇਖੇ ਵਿੱਚ, that is not total surrender. That is just that we are in our own comfort zone. ਹੁਣ ਇੰਜ ਕਿ ਹਾਲਾਤ ਠੀਕ ਹੋ ਗਏ, okay ਜੀ total surrender. ਪਰ ਨਹੀਂ, ਇਹ ਕੰਮ ਨਹੀਂ ਚੱਲੇਗਾ. Total surrender is a very beautiful energy. ਜਦੋਂ ਅਸੀਂ ਗੁਰੂ ਦੀ ਮੱਤ ਲੈ ਕੇ ਔਰ ਆਪਣੀ ਅੰਦਰ ਮਨ ਨੂੰ ਇੱਕਦਮ ਸਾਫ਼, flawless ਕਰ ਲਿੱਤਾ, ਕੋਈ ਵੀ ਬੁਰਾ ਨਹੀਂ ਹੈ. Total acceptance. This is how she said, one girl said, कि भाई ओ मनु अपना दुश्मन समझता है. That means there's a fantasy land जिसदे विच already ਅਸੀਂ assume कर लेता है कि that बंदे वो सोचेगा कि मैं बुरी हाँ, कि मैं तुझा दुश्मन हाँ. Already एक fantasy land with assume कर लेता है. सानू ये भी एक नाल message मिलता है that what I have put a blame game and assumed कि ते मेरी कहानी तो नहीं है, किते मेरी कहानी तो नहीं है. मैं तो ये कह रही हूं कि भाई ओ मनु अपना दुश्मन समझता है, ते मैंने मन दे विच assume कर लेता, पर मैंने assumption is telling me a message. ओ नहीं सोचदा कि ते ये तो नहीं कि तू उसनु दुश्मन समझी है. There must be another message. So we have to go through it. So always never point fingers at anyone. Look into yourself, check yourself. क्योंकि in this platform we all are sitting to evolve. ਅਸੀਂ ਆਪਣੇ ਆਪਣੇ ਅੰਦਰ ਦੀ ਗੰਧ ਨੂੰ ਉਤਾਰਨਾ ਹੈ. And it is a very nice platform ਜਿੱਥੇ we all are coming up, ਆਪਣੇ ਅੰਦਰ ਦੀ ਭਾਵਨਾ ਅਸੀਂ ਇੱਥੇ ਰੱਖਦੇ ਹਾਂ. So there's no one to criticize, we all are learning. ਅਸੀਂ ਇੱਕ ਦੂਜੇ ਦੀ ਬਾਂਹ ਪਕੜ ਕੇ ਅਸੀਂ ਲੋਕ ਤਰ ਜਾਵਾਂਗੇ, ਪਰ ਅਸੀਂ ਤਰਾਂਗੇ ਦਦ ਜਦੋਂ ਅਸੀਂ ਆਪ ਪਹਿਲੇ ਤਰੀਏ. ਅਸੀਂ ਆਪ ਡੁੱਬਦੇ ਪਏ ਹਾਂ ਤੇ ਅਗਲੇ ਨੂੰ ਅਸੀਂ ਕੀ ਤਾਰਾਂਗੇ? ਪਹਿਲੇ ਤਾਂ ਅਸੀਂ ਆਪ ਡੁੱਬਦੇ ਪਏ, ਪਹਿਲੇ ਤਾਂ ਅਸੀਂ ਤੇ ਤਰੀਏ ਨਾ. अगर ਅਸੀਂ ਤਰਾਂਗੇ ਤਾਂ ਅਸੀਂ ਕਿਸੇ ਨੂੰ ਪਰਉਪਕਾਰ ਕਰਕੇ ਤਰਾ ਸਕਦੇ ਹਾਂ. So we have to work on ourselves. We have to take our own responsibility. We have really listening, as it was discussed, कि भाई listening किंच करना है, कि very important. Yes, it is very, very important. This is the first step. When we become very good listeners, because when we are counseling, we see that for 4 hours we are just listening. ਅਸੀਂ ਬੋਲ ਕੁਛ ਵੀ ਨਹੀਂ ਆਵੇ, just listening. That teaches us the patience. It gives us a very big thing of the patience that we are building up to listen to that person. And in that exchange, what happened? That opposite party who comes for counseling, उसमें एक ऐसा प्रीत होता है, एक ऐसा कुछ सिक्योरिटी अंदर आ जाती है कि वो इतना डिपेंडेंट हो जाता है कि यही मेरा बंदा है. That person is listening to me, giving so much of time. So you can imagine the exchange of energy. When you are a very good listener, you are giving an energy of security to that person. And that person vomits out all his story. वो अपना अंदर सारा कुछ सुट देता है बाहर. अद्धी गेम तो ज़्यादा 3/4 of the game is over. 3/4 of the game is over when you are a very good listener. इसी तरीके नाल अगर सी लोगों ने लिसन करना है, बाणी ते कहंदे ना सुनन दी पौड़ी आंदी, तो उसमें लिसन इज व्हाट? जिस दिन मन ने उस दी भावना नु सुन के उसनु इंप्लीमेंट कर दिता, मन ने तार लेता, जीवन और उतार लेता, समझ लो असी सुन लेता है. We have listened क्योंकि मन ने मान लेता है, सुन लेता है. So सुनना is very, very important in our life, because we are never good listeners. We always want to say, we don't want to listen. So when we are listening, we are learning a lot. And when we are speaking, we don't learn a lot. So listening is a very, very important.
फैंटेसी लैंड तो हटो, फ्रेमवर्क तो हटाओ, break this illusion of framework and break the illusion of this fantasy land and total surrender विच आ जाओ। हाँ जी, थैंक यू सो मच बुआ जी। ਬਾਣੀ ਚ ਅਸੀਂ ਪੜ੍ਹਦੇ ਹਾਂ ਜਪਜੀ ਸਾਹਿਬ ਚ ਸੁਨਿਆ ਮੰਨਿਆ ਮਨ ਕੀਤਾ ਭਾਉ। ਸੋ ਅੰਤਰਗਤ ਤੀਰਥ ਮੱਲਾਂ ਤਾਂ ਹੀ ਹੋਏਗਾ ਜਦੋਂ ਇਹ ਅਵਸਥਾਵਾਂ ਸਾਡੀਆਂ ਹੋਣਗੀਆਂ, ਪਹਿਲੇ ਸੁਣੀਏ ਫਿਰ ਉਹਨੂੰ ਮੰਨੀਏ, ਉਹਦੇ ਵਿੱਚ ਭਾਵ ਰੱਖੀਏ, ਨਿਸ਼ਚੈ ਰੱਖੀਏ, ਤਾਂ ਹੀ ਸਾਡਾ ਅੰਤਰਗਤ ਤੀਰਥ ਮੱਲਾਂ ਹੋਏਗਾ। ਥੈਂਕ ਯੂ ਸੋ ਮਚ ਜੀ। ਸੋ ਵੀਰ ਜੀ ਇੱਕ ਸਵਾਲ ਜਪਨੂਰ ਕੌਰ ਨੇ ਕੀਤਾ ਸੀਗਾ, ਸ਼ੀ ਵਾਸ ਆਸਕਿੰਗ ਕਿ ਸਾਨੂੰ ਗੁਰਬਾਣੀ ਕਿਉਂ ਪੜ੍ਹਨੀ ਚਾਹੀਦੀ ਹੈ। देखो गुरबाणी सानू आइडियल सुचत जी जीवन चाल सिखाती है, सानू एलिवेशन सिखाती है, सानू जिहड़ा साडा अपना कैरेक्टर पशुता बिरती वाला बनिया होया है, उस तो चुक के इंसानियत भरपूर जीवन जाच सिखाती है। और जे मैनू इंसानियत भरपूर जीवन जाच आ जाए तब मेरे कारण सारा समाज सुखी हो जाएगा, दुनिया का भला होएगा। कोई मनुख सिंसीयरली सोच रहा सी ते उन्हें सड़कां बना दित्तियां, कोई मनुख सिंसीयरली सोच रहा सी तां उन्हें कोई मैडिकल दी खोज कर ली, कोई सिंसीयरली सोच रहा सी उन्हें दवाई बना दी है ना। इंज किसी दी मां दा बच्चा मिसकैरेज हो जाता सी तां किसी ने सोचिया ना अपने वेस्टेड इंटरेस्ट तो ऊपर उठ के, अपने ईवल्स तो ऊपर उठ के अपने आप नूं सवारिया कि मैं अपने सारे सुख आराम सैल्फिशनेस छड़ के दुनिया दा भला लब्भां। भी मिसकैरेज क्यों हो जाता है तां उन्हें लोकां नूं खोज करके दसी। ਇਹਦਾ मतलब ਉਹਨੇ आपा पहला सवारिया कि सैल्फिशनेस तो ऊपर उठिया। ਜਦੋਂ ਅਸੀਂ ਸੈਲਫਿਸ਼ਨੈਸ ਮੋਡ ਅੰਦਰ ਫਸਦੇ ਆ ਨਾ ਤਾਂ ਸਾਡਾ ਜੀਵਨ ਨਿਵਾਣ ਵੱਲ ਜਾਈ ਜਾਂਦਾ ਹੈ ਔਰ ਅਸੀਂ ਖੁਦਗਰਜ਼ ਹੋ ਕੇ ਆਪਣਾ ਵੀ ਭਲਾ ਨਹੀਂ ਕਰਦੇ ਆ ਤੇ ਦੂਜਿਆਂ ਦਾ ਵੀ ਨਹੀਂ ਕਰਦੇ ਆ। सो बाणी मन सिखाती है नंबर 1 तू अपने आप को फिक्सअप करना है, नंबर 2 तेरे कारण परिवार और समाज सुखी हो जाएगा, ये सारी दुनिया का भला हो सकेगा। पेड़ भी इस दुनिया का भला कर रहे ने ते सारी दुनिया का भला करन दी जाच आ जाती है जे मैं गुरबाणी सिखदा हाँ, क्योंकि पहले नंबर ते मैं ठीक हो जाता हाँ। ठीक है। हाँ जी वीर जी, थैंक यू सो मच। आई होप जपनूर दा सवाल है। हाँ जी की कह रहे जिन्हां दा सवाल है उन्हां नूं पुछ लो कि आंसर लग रहा उन्हां दे मन नूं। हाँ जी जपनूर तो आई थिंक शी इज लेफ्ट। एक सवाल हो रहा है वीर जी, वो कह रहे हैं कि मन बेचे सतगुर के पास ते सेवक के कारज रास, केड़े कारज रास हुंदे ने अगर असी अपना मन सतगुर नूं देते हैं। दो बना लिए अलग अलग लोकां दे कारज ने, मेरा बच्चा हो जाए, मेरा ब्याह हो जाए और मेरा रिश्ता लग जाए, या मेरा फलानी डिग्री पास हो जाए, या मेरा मकान बन जाए, या ये हो जाए वो हो जाए, मनु जॉब मिल जाए, मनु डील मिल जाए। इस तरह लोगों ने अपने कारज रखे हुए ने। फिर भी कारज रखा है जो रिश्ता हो गया, मेरे धी पुत्र दा ब्याह टाइम सिर हो जाए, ठीक तरह हो जाए। इस तरह लोगों ने कारज रखे हुए ने। गुरबाणी कारज समझाती है कि मेरा ये मन इस शरीर दा राजा है और ये अपने घर नूं फिक्सअप करना चाहता है, इनू कारज कहते। कारज सगल आरंभ्यो घर का, जेड़ा इंसान अपने आप नूं अपने अंदर दी सारी सृष्टि दुनिया नूं ठीक करना चाहता है, अंदर दी, ए मेन कारज है। इस कारज विच मैनू डर लगदा सी जिदे कारण मेरा अंदर गड़बड़ होंदा सी, तां डर दूर करन दा कारज जे कराना है तां ओह भै पंजन मिरवान दास की राखी दी अक्ल दे देगा, भै नू कट्टण दी अक्ल दे देगा।
ਉਹਦੇ ਵਾਸਤੇ ਸਤਿਗੁਰ ਨੂੰ ਕਹਿ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ। ਕੀ ਕਾਰਜ ਹੈ? ਮੇਰਾ ਡਰ ਦੂਰ ਕਰ ਦਿਓ। ਇਹਦਾ ਮਤਲਬ ਅਸੀਂ ਆਪਣੇ ਅੰਦਰ ਦੇ ਘਰ ਨੂੰ ਠੀਕ ਕਰਨ ਵਾਸਤੇ ਜੋ ਸੁਨੇਹਾ ਲੈਂਦੇ ਹਾਂ ਉਹਨੂੰ ਮੇਨ ਕੀਮਤੀ ਟੌਪ ਪ੍ਰਾਇੋਰਟੀ ਤੇ ਇਨਸਾਨੀਅਤ ਦੇ ਭਲੇ ਲਈ, ਦੁਨੀਆ ਦੇ ਭਲੇ ਲਈ ਕਾਰਜ ਕਹਿੰਦੇ ਨੇ। ਮੇਰੇ ਈਵਲਸ ਫਿਕਸ ਅਪ ਕਰ ਦਿਓ, ਇਹਨੂੰ ਕਾਰਜ ਕਹਿੰਦੇ ਨੇ। ਠੀਕ ਹੈ ਜੀ। ਜੀ ਆਈ ਥਿੰਕ ਜਿੱਥੇ ਆਪਣੀ ਪ੍ਰਾਇੋਰਟੀ ਸੈੱਟ ਕਰਨ ਦੀ ਲੋੜ ਹੈਗੀ ਕਿ ਸਾਡੇ ਜੀਵਨ ਦੇ ਕਾਰਜ ਕੀ ਹੈਗੇ, ਪੈਸਾ ਕਮਾਉਣਾ ਹੈ ਜਾਂ ਹੋਰ ਕੁਝ ਹੈਗਾ। ਤੇ ਇੱਕ ਹੋਰ ਬੜਾ ਕੀਮਤੀ ਸਵਾਲ ਆਇਆ ਹੈਗਾ, ਕਿਸੇ ਪੇਰੈਂਟਸ ਨੇ ਪੁੱਛਿਆ ਹੈਗਾ ਕਿ ਬੱਚੇ ਆਪਣਾ ਪੇਰੈਂਟਸ ਆਪਣੇ ਬੱਚਿਆਂ ਨੂੰ ਅਨਕੰਡੀਸ਼ਨਲ ਲਵ ਕਰਦੇ ਨੇ, ਬੜਾ ਪਿਆਰ ਕਰਦੇ ਨੇ, ਪਰ ਜਦੋਂ ਬੱਚੇ ਆਪਣੀ ਪੇਰੈਂਟਸ ਦੀ ਗੱਲ ਨਹੀਂ ਸੁਣਦੇ ਕਿ ਉਹਨਾਂ ਨੇ ਆਪਣੇ ਪੇਰੈਂਟਸ ਨੂੰ ਆਪਣਾ ਮਨ ਨਹੀਂ ਦਿੱਤਾ ਹੁੰਦਾ, ਜਾਂ ਕਿਵੇਂ ਉਹਨਾਂ ਨੂੰ ਕਨਵਿੰਸ ਕਰੀਏ ਕਿ ਆਪਣਾ ਮਨ ਪੇਰੈਂਟਸ ਨੂੰ ਦੇਣ। ਬਹੁਤ ਸਿੰਪਲ ਹੈ, ਜਿਹਦੀ ਗੱਲ ਸੁਣਦੇ ਆ ਉਹ ਵਾਲਾ ਪ੍ਰੈਕਟੀਕਲ ਕਰਦੇ ਆ। ਤਾਂ ਜੇ ਮੈਂ ਪ੍ਰੈਕਟੀਕਲ ਰੋਂਗ ਕਰ ਰਿਹਾ ਤਾਂ ਮੈਨੂੰ ਪਤਾ ਲੱਗਣਾ ਚਾਹੀਦਾ ਮੈਂ ਜਿਹਦੀ ਗੱਲ ਸੁਣੀ ਹੈ ਮੈਂ ਮਨ ਉਹਨੂੰ ਦਿੱਤਾ ਹੋਇਆ। ਕਹਿਣ ਵਿੱਚ ਮੈਂ ਪੇਰੈਂਟਸ ਨੂੰ ਦਿੱਤਾ ਹੋਇਆ ਪਰ ਮੈਂ ਪੇਰੈਂਟਸ ਦੀ ਗੱਲ ਨਹੀਂ ਮੰਨਦਾ, ਪ੍ਰੈਕਟੀਕਲ ਨਹੀਂ ਆ। ਔਰ ਇਹਦੇ ਵਾਸਤੇ ਭੂਆ ਜੀ ਹੋਰ ਬੈਟਰ ਆਨਸਰ ਕਰਨਗੇ। ਠੀਕ ਹੈ ਜੀ, ਮੈਂ ਤੇ ਸਿੰਪਲ 5 ਲਾਈਨ ਵਿੱਚ ਕੀਤਾ ਹੈ। ਭੂਆ ਜੀ ਪਲੀਜ਼ ਅਨਮਿਊਟ yourself। ਹਾਂਜੀ। Can you just repeat the question? ਉਹ ਕਹਿ ਰਹੇ ਨੇ ਕਿ ਜਿਵੇਂ ਪੇਰੈਂਟਸ ਅਨਕੰਡੀਸ਼ਨਲ ਲਵ ਕਰਦੇ ਨੇ ਤੇ ਮਾਪਿਓ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਨੇ, ਬਟ ਬੱਚੇ ਆਪਣਾ ਮਨ ਨਹੀਂ ਦਿੰਦੇ ਕਿਉਂਕਿ ਉਹ ਮਾਪੇ ਦੀ ਗੱਲ ਨਹੀਂ ਸੁਣਦੇ। ਅੱਜ ਕੱਲ੍ਹ ਜਿਵੇਂ ਬੱਚੇ ਮਾਪੇ ਦੀ ਗੱਲ ਨਹੀਂ ਸੁਣਦੇ, ਸੋ ਉਹਨਾਂ ਨੂੰ ਕਿਸ ਲੈਵਲ ਦਾ ਅੰਡਰਸਟੈਂਡਿੰਗ ਦੇਈਏ ਤਾਂ ਕਿ ਉਹ ਆਪਣਾ ਮਨ ਮਾਪਿਓ ਨੂੰ ਦੇਣ। See what happens, the story starts with the parents. ਜਿਹੜੇ ਬੱਚੇ ਮਾਪਿਓ ਕਹਿੰਦੇ ਨਾ ਕਿ we have unconditional love for the child, ਉਹ unconditional love ਨਹੀਂ, ਅਸੀਂ ਉਸਨੂੰ unconditional love ਤੇ ਕਹਿ ਦਿੱਤਾ, but that is actually attachment। ਉਹ ਮੋਹ ਹੈ। ਉਹ ਮੋਹ ਕਿਉਂ ਹੈਗਾ? ਕਿਉਂਕਿ we have expectations। ਅਸੀਂ ਲੋਕਾਂ ਨੇ ਇੱਕ ਫਰੇਮਵਰਕ ਬਣਾ ਦਿੱਤਾ and we have an expectation ਕਿ ਅਸੀਂ ਬੱਚੇ ਨੂੰ ਬਹੁਤ ਪਿਆਰ ਕਰਦੇ ਹਾਂ, ਇਸ ਕਰਕੇ ਕਰਦੇ ਕਿ ਸਾਡਾ ਬੱਚਾ ਸਾਰੀ ਹਰ ਗੱਲ ਸਾਡੇ ਦੀ ਗੱਲ ਨੂੰ ਮੰਨੇ। ਪਹਿਲੀ ਖੇਡ ਸਾਡੀ ਖਰਾਬ, ਕਿਉਂਕਿ we think unconditional love, but unconditional love ਨਹੀਂ, ਉਹ ਮੋਹ ਹੈ। that is all expectations। ਤੇ ਜਿਹੜਾ ਬੱਚਾ ਹੈਗਾ ਇਸੇ ਟਾਈਪ ਦੀ એનર્ਜੀ ਜਾਏਗੀ, ਇਸੇ ਟਾਈਪ ਦੀ એનર્ਜੀ ਜਾਏਗੀ। ਤੁਹਾਡਾ ਬੱਚਾ ਨਹੀਂ ਮੰਨਦਾ, ਤੁਹਾਡਾ ਬੱਚਾ ਨਹੀਂ ਮੰਨਦਾ because you have given an energy of expectation। you have given a, ਜਿਸ ਦਿਨ unconditional love ਹੋਏਗਾ ਨਾ, ਬੱਚਾ ਵੀ ਆਪਣਾ ਮਨ ਤੁਹਾਨੂੰ ਦੇ ਦੇਗਾ। Because when we are counseling children, ਅਸੀਂ ਦੇਖਦੇ ਹਾਂ parents have lot of demand। ਉਹ ਲੋਕ ਬਹੁਤ ਜ਼ਿਆਦਾ ਡਿਮਾਂਡ ਕਰਦੇ ਨੇ। ਉਹ ਕਹਿੰਦੇ ਬੱਚੇ ਨੂੰ ਅਸੀਂ ਪੜਾਇਆ ਹੈ, ਪੈਸਾ ਲਗਾਇਆ, ਸਾਡੀ ਗੱਲ ਮੰਨੇ, ਸਹੀ ਰਸਤੇ ਚੱਲੇ, everything we want, and want the child ਕਿ ਸਾਡੇ ਫਰੇਮ ਵਿੱਚ ਫਿੱਟ ਹੋ ਜਾਏ। ਔਰ ਅਸੀਂ ਕਹਿੰਦੇ ਅਸੀਂ ਬੱਚੇ ਨਾਲ ਬਹੁਤ ਪਿਆਰ ਕਰਦੇ ਹਾਂ, ਬਹੁਤ ਪਿਆਰ ਕਰਦੇ ਹਾਂ, ਪਰ ਜਦੋਂ ਬੱਚਾ ਗੱਲ ਨਹੀਂ ਮੰਨਦਾ ਅਸੀਂ ਕਿਤਨੇ ਦੁਖੀ ਹੁੰਦੇ ਹਾਂ। So how can that love be unconditional love? That shows it equals to attachment, more. The day we make an unconditional love and break that framework, every child has his own capability and capacity. Every child has his own. ਤੇ ਉਹਨਾਂ ਬੱਚਿਆਂ ਦੀ 5 fingers are not the same। ਜਿਸ ਦਿਨ ਤੁਸੀਂ ਇੱਕ unconditional and without expectations ਤੁਸੀਂ ਅਗਰ ਬੱਚੇ ਦੇ ਨਾਲ ਕਰਦੇ ਹੋ, ਉਸਨੂੰ ਹਰ ਚੀਜ਼ ਦੀ ਫੈਸਿਲਿਟੀ ਦਿੰਦੇ ਹੋ without any expectation, then you will see ਕਿ ਬੱਚੇ ਆਪਣਾ ਮਨ ਤੁਹਾਨੂੰ ਦੇਣਗੇ because your expectation is spoiling the whole game। ਤੇ ਇਹ ਕਹਿਣਾ ਕਿ ਅਸੀਂ ਲੋਕ ਇੱਕ unconditional love ਦੇਣੇ, it is not there। That means we should not expect anything from the kids। No, we should not। Yes, all 5 fingers are not the same।
ਹਰ ਬੱਚੇ ਦੀ ਆਪਣੀ ਆਪਣੀ ਕੈਪੈਸਿਟੀ ਆਪਣੀ ਦੀ ਕੈਪੇਬਿਲਿਟੀ ਹੁੰਦੀ ਹੈਗੀ। ਕੋਈ ਬੱਚਾ ਪੜ੍ਹਾਈ ਵਿੱਚ ਕਿਤਨਾ ਹੁੰਦਾ ਹੈ, ਕੋਈ ਬੱਚਾ ਸਪੋਰਟਸ ਵਿੱਚ ਬੜਾ ਹੁੰਦਾ ਹੈ, ਬਟ ਅਸੀਂ ਦੇਖਾ ਦੇਖੀ ਵਰਲਡ ਨੂੰ ਕਰਕੇ ਆਪਣੀ ਇੱਜ਼ਤ ਪਿੱਛੇ ਅਸੀਂ ਬੱਚੇ ਨੂੰ ਆਪਣੇ ਫਰੇਮਵਰਕ ਵਿੱਚ ਫਿੱਟ ਕਰਦੇ ਕਿ ਤੂੰ ਇਸੇ ਤਰੀਕੇ ਨਾਲ ਕਰਨਾ ਹੈ, ਮੇਰੇ ਡ੍ਰੀਮਸ ਨੂੰ ਤੂੰ ਪੂਰਾ ਕਰਨਾ ਹੈ। ਸੋ ਵੈਨ ਵੀ ਡੂ ਸੋ ਮਚ, that negative energy goes to the children, because it is not suiting them or it's not suiting them. ਉਹ ਆਪਣਾ ਮਨ ਨਹੀਂ ਦੇਣਗੇ। ਜਿਵੇਂ ਇੱਕ ਗੱਲ ਤੁਸੀਂ ਕੀਤੀ, ਆਈ ਥਿੰਕ ਲੋਕੀ ਆਪਣਾ ਜਿਹੜਾ ਸੁਪਨਾ ਪੂਰਾ ਨਹੀਂ ਕਰ ਪਾਏ ਹੁੰਦੇ ਉਹ ਬੱਚਿਆਂ 'ਚ ਦੇਖਦੇ ਨੇ। ਸਪੋਜ਼ ਮੈਂ ਸਾਇੰਸ ਪੜ੍ਹਨਾ ਚਾਹੁੰਦਾ ਸੀ ਬਟ ਮੈਂ ਕਾਮਰਸ ਵਿੱਚ ਚਲਾ ਗਿਆ ਜਾਂ ਆਰਟਸ, ਸੋ ਆਈ ਫੋਰਸ them to become a doctor or an engineer। ਉਹ ਫਰਸਟ੍ਰੇਸ਼ਨ ਆਈ ਥਿੰਕ ਬੜਾ ਗੈਪ ਬਣਾ ਦਿੰਦੀ ਹੈਗੀ ਹੈ। ਔਰ ਸਾਡੇ ਅੰਦਰ ਖੁਦ ਟੋਲਰੈਂਸ ਨਹੀਂ ਹੁੰਦੀ, ਅਸੀਂ ਆਪਣੀ ਇੰਪੇਸ਼ੈਂਸ ਕਰਕੇ ਆਪਣੇ ਰੁਝਾਵਾਂ ਕਰਕੇ ਬੱਚਿਆਂ ਨੂੰ ਨਾ ਟਾਈਮ ਦਿੰਦੇ ਆ, ਨਾ ਉਹ ਪਿਆਰ ਦਿੰਦੇ ਆ, ਨਾ ਉਹ ਟੈਂਡਰਨੈਸ ਦਿੰਦੇ ਆ, ਬਟ ਅਸੀਂ ਐਕਸਪੈਕਟ ਕਰਦੇ ਕਿ ਦੇ ਸ਼ੁਡ ਲਿਸਨ ਟੂ ਅਸ ਔਨ ਐਵਰੀ ਐਸਪੈਕਟ ਬਿਕਾਜ਼ ਅਸੀਂ ਵੱਡੇ ਆ। ਇੱਕ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਮੈਂ ਬੜਾ ਹਾਂ ਤਾਂ ਮੇਰੀ ਹਰ ਬਾਤ ਸੁਣੀ ਜਾਏ, which is not possible. So that is why now there are two frames। एक framework है मेरे बच्चे सारे फिट हो जाए, एक सारे लोगों दी फैंटेसी लैंड है कि मेरा बच्चा ऐ बनेगा उदा बच्चा हिंद, that fantasy land ਦੇ ਵਿੱਚ ਅਸੀਂ ਇਹ ਦੋ ਚੀਜ਼ਾਂ ਸੇ ਲੋਕ ਹਰ ਪੇਰੈਂਟਸ ਕ੍ਰੀਏਟ ਕਰਦੇ। and this is a big demand ਜਿਸ ਨੂੰ ਅਸੀਂ ਕਹਿੰਦੇ ego, because it is all expectations। ਬੱਚੇ ਨਹੀਂ ਕਰਨਗੇ, ਉਹ ਆਪਣਾ ਮਨ ਤੁਹਾਨੂੰ ਨਹੀਂ ਦੇਣਗੇ। ਜੀ I think ਅਸੀਂ ਇੱਕ ਬੜੀ ਗਲਤੀ ਕਰਦੇ ਹਾਂ ਕੰਪੈਰੀਜ਼ਨ ਦੀ। ਅਸੀਂ ਟਮਾਟਰ ਨੂੰ ਆਲੂ ਨਾਲ ਕੰਪੇਅਰ ਕਰਦੇ ਹਾਂ, ਪਿਆਜ਼ ਨੂੰ ਕੇਲੇ ਨਾਲ ਕੰਪੇਅਰ ਕਰਦੇ ਹਾਂ। ਹਰ ਬੱਚਾ ਯੂਨੀਕ ਹੈ, ਉਹਦੀ ਆਪਣੀ ਕੈਪੈਸਿਟੀ ਹੈਗੀ ਹੈ। ਵੱਡੇ ਨੂੰ ਛੋਟੇ ਨਾਲ ਕੰਪੇਅਰ ਕਰਦੇ ਹਾਂ, ਜਾਂ ਕਲਾਸ ਵਿੱਚ ਉਸ ਬੱਚੇ ਦੇ ਕਿੰਨੇ ਨੰਬਰ ਆਏ ਉਹ ਦੱਸ ਪਹਿਲੇ, ਫਿਰ ਤੇਰੇ ਮਾਰਕਸ ਸੁਣਾਂਗਾ ਜਾਂ ਸੁਣਾਂਗੀ। ਸੋ ਦਿਸ ਕੰਪੈਰੀਜ਼ਨ ਆਈ ਥਿੰਕ ਬਿਕਮ a big gap between the parents and the kids ki we should not compare it with anybody because of this comparison and because of this comparison the which rejection shuru ho jandi। right jadon bachcha nahi pahuncha then we reject it, then these are the children who have been rejected get into a society where they will be not rejected and accepted। They travel towards the sad side and then they will do everything because they want to be accepted there, because they have not been accepted yet and rejected in the house। So we don't know one after the energy how we are destroying the children। ਫਿਰ ਉਹ ਘਰੋਂ ਬਾਹਰ ਪਿਆਰ ਲੱਭਦੇ ਨੇ, ਛੋਟੀ ਜੀ ਗੱਲ ਹੁੰਦੀ ਹੈ ਉਹ ਘਰੋਂ ਬਾਹਰ ਨਿੱਕੀ ਨਿੱਕੀ ਗੱਲ ਤੇ ਪਿਆਰ ਲੱਭਦੇ ਨੇ and they divert from their own path। I think ਜਿਨ੍ਹਾਂ ਦਾ ਸਵਾਲ ਸੀ ਉਹਨਾਂ ਦਾ ਆਨਸਰ ਹੋ ਗਿਆ ਹੋਣਾ। ਥੈਂਕ ਯੂ ਸੋ ਮਚ ਭੂਆ ਜੀ। ਇੱਕ ਸਾਡਾ ਸਮਾਂ ਵੀ ਹੋ ਗਿਆ। ਸੋ ਜਿਹੜੀ ਗੱਲ ਗੁਰਬਾਣੀ ਕਹਿੰਦੀ ਹੈਗੀ ਹੈ ਕਿ ਅਬ ਹਮ ਚਲੀ ਠਾकुर पे हाथ जब हम शरण प्रभु की आए राख प्रभु ਭਾਵੇਂ ਮਾਰ। ਸੋ ਵੀ ਹੈਵ ਟੂ ਟੋਟਲੀ ਸਰੈਂਡਰ ਆਵਰਸੈਲਫ। ਸੋ ਪੂਰਾ ਟੌਪਿਕ ਅੱਜ ਜਿਹੜਾ ਅਸੀਂ ਮਨ ਦੇਣਾ ਔਰ ਸਿਰ ਦੇਣਾ ਦਾ ਸਮਝ ਰਹੇ ਹਾਂ, ਉਹਦੇ ਵਿੱਚ ਸਾਨੂੰ ਇਹੀ ਸਮਝ ਆਇਆ ਹੈਗਾ ਕਿ ਅਸੀਂ ਆਪਣੇ ਅਵਗੁਣਾਂ ਨੂੰ ਛੱਡ ਕੇ ਗੁਰਬਾਣੀ ਦੇ ਸਿਧਾਂਤਾਂ ਨੂੰ ਲੈ ਕੇ ਆਪਣਾ each and every aspect of life ਨੂੰ ਚੈੱਕ ਕਰਨਾ ਹੈਗਾ ਕਿ ਮੈਂ ਕਿੱਥੇ ਕਿੱਥੇ ਗਲਤ ਹਾਂ ਔਰ ਮੈਂ ਕਿੱਥੇ ਆਪਣਾ ਸਿਰ ਝੁਕਾਉਣਾ ਹੈਗਾ। ਮਨ ਵੇਚਾ ਸਤਿਗੁਰ ਕੇ ਪਾਸ, ਉਹ ਆਪਣਾ ਵਿਕਾਰਾਂ ਵਾਲਾ ਮਨ ਵੇਚਣਾ ਪਏਗਾ, ਤਾਂ ਹੀ ਮੇਰਾ ਕਾਰਜ ਰਾਸ ਹੋਏਗਾ ਕਿ ਮੈਂ ਇੱਕ ਅੱਛਾ ਹਿਊਮਨ ਬੀਇੰਗ ਬਣ ਸਕਦਾ, ਇੱਕ ਚੰਗਾ ਹਿਊਮਨ ਬੀਇੰਗ ਬਣ ਸਕਦਾ। ਸੋ ਅੱਜ ਦਾ ਜਿਹੜਾ ਟੌਪਿਕ ਹੈਗਾ ਸੀ, ਅੱਜ ਅਸੀਂ ਇੱਥੇ ਹੀ ਉਹਨੂੰ ਵਾਈਂਡ ਅਪ ਕਰਾਂਗੇ। ਸੋ ਅਸੀਂ ਬਹੁਤ ਧੰਨਵਾਦੀ ਹੈਗੇ ਆ ਵਿਦਰੀ ਭੂਆ ਜੀ ਦੇ, ਜਿਨ੍ਹਾਂ ਨੇ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਗੁਰਬਾਣੀ ਦੇ ਵਿੱਚੋਂ ਔਰ ਆਪਣੇ ਐਕਸਪੀਰੀਅੰਸ ਚੋਂ ਜਿਹੜੇ ਉਹ ਬੱਚਿਆਂ ਦੇ ਨਾਲ ਔਰ ਹੋਰ ਸੰਗਤਾਂ ਨਾਲ ਸਾਂਝ ਪਾਉਂਦੇ ਨੇ, ਉਹਦੇ ਵਿੱਚੋਂ ਸਾਡੇ ਨਾਲ ਡਿਵਾਈਨ ਵਿਜ਼ਡਮ ਦੀ ਸ਼ੇਅਰਿੰਗ ਕੀਤੀ ਹੈ। ਐਂਡ ਵੀ ਆਰ ਵੈਰੀ ਥੈਂਕਫੁਲ ਟੂ ਵੀਰ ਭੁਪਿੰਦਰ ਸਿੰਘ ਜੀ ਕਿ ਉਹ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਸਤਿਗੁਰ ਦੀ ਮੱਤ ਦੇ ਕੁਝ ਭੇਦ ਸ਼ੇਅਰ ਕਰਦੇ ਨੇ। ਐਂਡ ਮੈਂ ਸਾਰੀ ਸੰਗਤਾਂ ਦਾ ਵੀ ਬਹੁਤ ਧੰਨਵਾਦੀ ਹੈਗਾ ਕਿ ਉਹ ਆਪਣਾ ਸਮਾਂ ਕੱਢ ਕੇ ਹਰ ਵਾਰੀ ਸਾਡੇ ਨਾਲ ਜੁੜਦੇ ਨੇ ਹਰ ਸੈਟਰਡੇ। ਸੋ ਵਿਲ ਮੀਟ ਨੈਕਸਟ ਸੈਟਰਡੇ। ਮੈਂ ਵੀਰ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਸੰਗਤਾਂ ਨਾਲ ਫਤਿਹ ਦੀ ਸਾਂਝ ਕਰਨ ਸੋ ਦੈਟ ਵੀ ਕੈਨ ਵਾਈਂਡ ਅਪ ਦ ਕਲਾਸ। ਵੀਰ ਜੀ ਪਲੀਜ਼ ਅਨਮਿਊਟ। ਹਾਂਜੀ, ਅਗੇਨ ਸਾਰਿਆਂ ਦਾ ਜੁਝਾਰ ਜੀ। ਅਮਨ ਜੀ ਤੁਹਾਡਾ ਇਹਨੂੰ ਰਨ ਕਰਨ ਦਾ, ਔਰ ਜਸਨੂਰ ਔਰ ਗੁਣਤਾਸ ਜਿਨ੍ਹਾਂ ਨੇ ਕੀਰਤਨ ਕੀਤਾ ਤੇਜਵੀਰ ਜੀ ਨਾਲ ਮਿਲ ਕੇ, ਸਭ ਦਾ ਧੰਨਵਾਦ। ਭੂਆ ਜੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਸ਼ੇਅਰਿੰਗ ਕੀਤੀ। ਸਵਾਲ ਕਰਨ ਵਾਲਿਆਂ ਦਾ ਸਭ ਤੋਂ ਜ਼ਿਆਦਾ ਧੰਨਵਾਦ। ਤੇ ਅੱਜ ਦਾ ਟੌਪਿਕ ਜਿਹੜਾ ਪੁਨੀਤ ਕੌਰ ਨੇ ਸਾਡੇ ਨਾਲ ਪੜ੍ਹਿਆ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ।
ਤੇ ਸਾਰੇ ਆਪਣੇ ਕੁਐਸਚਨਸ ਜ਼ਰੂਰ ਸਾਂਝ ਕਰਿਆ ਕਰੋ, ਕਿਉਂਕਿ ਹੁਣ ਸਾਨੂੰ ਭੂਆ ਜੀ ਦਾ ਕਿੰਨਾ ਜ਼ਬਰਦਸਤ ਉਹਦਾ ਕਾਉਂਸਲਿੰਗ ਦਾ ਐਕਸਪੀਰੀਅੰਸ ਹੈ, ਉਹ ਵੀ ਕੰਮ ਆਉਂਦਾ ਹੈ ਤੇ ਅਸੀਂ ਭੂਆ ਜੀ ਦੇ ਕੋਲੋਂ ਵੀ ਹਰ ਵਾਰੀ ਨਾਲ ਕਾਉਂਸਲਿੰਗ ਕਰਾ ਸਕਦੇ ਹਾਂ। ਤੇ ਆਪਣੇ ਵੱਲੋਂ ਅਸੀਂ ਗੁਰਮਤ ਦੇ ਥਰੂ ਸਿੱਖ ਰਹੇ ਹਾਂ ਕਿ ਮੇਰਾ ਪ੍ਰੈਕਟੀਕਲ ਜੀਵਨ ਜਾਂਚ ਕਿਸ ਤਰ੍ਹਾਂ ਬਣੇ। ਇੱਕ ਇੱਕ ਟਰਮ ਸਿੱਖ ਰਹੇ ਹਾਂ ਕਿ ਉਹ ਮੈਂ ਆਪਣੇ ਤੇ ਕਿਵੇਂ ਅਪਲਾਈ ਕਰਾਂ। ਉਹਦੇ ਕਾਰਨ ਮੈਨੂੰ ਪੰਕਤੀਆਂ ਪੜ੍ਹਦਿਆਂ ਹੀ ਨਾਲ ਦੇ ਨਾਲ ਮੀਨਿੰਗ ਸਮਝ ਆਉਂਦੇ ਜਾਣਗੇ, ਸੈਲਫ ਐਕਸਪਲੇਨੇਟਰੀ ਮੈਸੇਜ ਮਿਲਦਾ ਜਾਏਗਾ ਬਾਣੀ 'ਚ। ਭਾਵੇਂ ਤੁਸੀਂ ਉਸਨੂੰ ਗਾਓ, ਭਾਵੇਂ ਉਹਨੂੰ ਪਾਠ ਕਰੋ, ਲੇਕਿਨ ਸਮਝ ਆਉਂਦਾ ਜਾਏਗਾ। ਠੀਕ ਹੈ ਜੀ। ਸੋ ਨੈਕਸਟ ਟਾਈਮ ਅਸੀਂ ਸਿਰ ਅਰਪਣ ਤੋਂ ਫਿਰ ਤਨ ਅਰਪਣਾ ਅੱਗੇ ਪੜਾਂਗੇ, ਔਰ ਸਵਾਲ ਤੁਸੀਂ ਨਾਲ ਲੈ ਕੇ ਆਇਆ ਕਰੋ। ਤੇ ਜਿਹੜਾ ਤੁਸੀਂ ਕੋਵਿਡ ਬਾਰੇ ਤੁਸੀਂ ਲਿਵਿੰਗ ਟ੍ਰੈਜਰ ਦਾ ਹੋਰ ਸੰਸਥਾਵਾਂ ਨਾਲ ਮਿਲ ਕੇ ਐਫਰਟ ਕੀਤਾ ਹੈ, ਜੋ ਦਲਵਿੰਦਰ ਜੀ ਨੇ ਓਨਟਾਰੀਓ ਗਵਰਨਮੈਂਟ ਨਾਲ ਮਿਲ ਕੇ ਇਹ ਸਾਰਾ ਕੰਮ ਕਰਵਾਇਆ, ਇਹਦਾ ਬਹੁਤ ਬਹੁਤ ਥੈਂਕਸ ਹੈ। ਇਹ ਬੜਾ ਕੀਮਤੀ ਉਦਮ ਕੀਤਾ ਗਿਆ ਤੇ ਇਸ ਉਦਮ ਵਾਸਤੇ ਸਾਡੇ ਲਿਵਿੰਗ ਟ੍ਰੈਜਰ ਦੇ ਤੁਸੀਂ ਸਾਰਿਆਂ ਦੇ ਨਾਲ ਸਭ ਤੋਂ ਅੱਗੇ ਜਿਹੜੇ ਮੇਰੇ ਵੀਰ ਲੱਗੇ ਹੋਏ ਨੇ, ਲੰਬਾ ਅਮਨ ਸਿੰਘ ਜੀ, ਉਹਨੂੰ ਅਸੀਂ ਲੰਬਾ ਕਹਿੰਦੇ ਹਾਂ, ਉਹਦਾ ਕੱਦ ਲੰਬਾ ਹੈ। ਉਹ ਲੰਬਾ ਅਮਨ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹ ਜਦੋਂ ਅਸੀਂ ਇਹ ਕੰਮ ਨਹੀਂ ਵੀ ਸ਼ੁਰੂ ਕੀਤਾ ਸੀ ਤਾਂ ਵੀ ਉਹ ਪਰਸਨਲੀ ਜਾ ਕੇ ਪੱਲਿਓਂ ਪੈਸੇ ਲਗਾ ਕੇ ਆਪਣਾ ਕੰਮ ਦਾ ਨੁਕਸਾਨ ਕਰ ਕਰਕੇ ਉਹ ਇਹ ਕਰਦੇ ਸਨ, ਤੇ ਉਹਨਾਂ ਦਾ ਧੰਨਵਾਦ ਹੈ। ਸਾਰੇ ਪਰਿਵਾਰ ਦਾ ਧੰਨਵਾਦ ਹੈ। ਇਹ ਕੰਮ ਅਸੀਂ ਨਾਲ ਸਮਾਜ ਦੇ ਸਾਂਝ ਜ਼ਰੂਰ ਕਰਨੇ ਨੇ। ਜਿਹੜਾ ਹਿਊਮੈਨਿਟੀ ਦੀ ਸੇਵਾ ਕਰ ਰਹੇ ਹੋ ਨਾ, ਵਿਦਆਊਟ ਡਿਸਕ੍ਰਿਮੀਨੇਸ਼ਨ, ਵਿਦਆਊਟ ਐਨੀ ਵਿਤਕਰਾ, ਵਿਦਆਊਟ ਐਕਿਊਜ਼ਿੰਗ ਟੂ ਐਨੀਵਨ, ਬਿਨਾਂ ਕਿਸੇ ਦੀ ਨਿੰਦਾ ਕੀਤਿਆਂ, ਕੂਲ ਮਾਈਂਡ ਹੋ ਕੇ ਆਪਣੇ ਆਪ ਨੂੰ ਬਲੈਸਡ ਸਮਝਣਾ ਹੈ ਕਿ ਸੇਵਾ ਵਾਸਤੇ ਰੱਬ ਨੇ ਮੈਨੂੰ ਸੁਮਾਤਿਆ ਬਲ ਬਖਸ਼ਿਆ, ਟਾਈਮ ਬਖਸ਼ਿਆ, ਮੇਰੇ ਟੱਬਰ ਵਾਲੇ ਮੈਨੂੰ ਸਪੋਰਟ ਵੀ ਕਰਦੇ ਨੇ ਔਰ ਮੈਂ ਜਾ ਸਕਦਾ ਹਾਂ। ਤੇ ਇਹ ਬੜਾ ਕੀਮਤੀ ਕੰਮ ਦਾ ਉਦਮ ਹੈ। ਇਸ ਤਰ੍ਹਾਂ ਹੀ ਸਾਡੀ ਡਿਸਪੈਂਸਰੀ ਚੱਲ ਰਹੀ ਹੈ, ਜਿਹਦੇ ਤੇ ਉਧਰ ਸਾਡੇ ਤਰਨ ਔਰ ਮਿੱਤਰਪਾਲ ਵੀਰ ਜੀ ਔਰ ਬਾਕੀ ਸਾਰੇ ਹੋਰ ਸਾਰੀ ਟੀਮ ਜਾਂ ਮਨਜੀਤ ਜੀ ਆ, ਜਿਹੜੇ ਸੱਜਣ ਦਵਾਈਆਂ ਵਾਸਤੇ ਪੈਸੇ ਦਿੰਦੇ ਨੇ ਜਾਂ ਦਵਾਈਆਂ ਦਿੰਦੇ ਨੇ, ਇਹ ਸਾਰੇ ਕੰਮ ਜ਼ਰੂਰ ਕਰਨੇ ਨੇ। ਅਸੀਂ ਆਪਣੇ ਸਮਾਜ ਵਿੱਚ ਅਵੇਸਲੇ ਨਹੀਂ ਹੋਣਾ, ਆਪਣੇ ਇਸ ਸੇਵਾ ਨੂੰ ਨਾਲ ਜਾਰੀ ਰੱਖਣਾ। ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਇਹ ਜਿਤਨੇ ਵੀ ਸੱਜਣਾ ਦੀ ਤੁਸੀਂ ਫੋਟੋ ਦਿਖਾ ਰਹੇ ਹੋ, ਸਾਰਿਆਂ ਦੇ ਨਾਮ ਮੈਨੂੰ ਨਹੀਂ ਪਤਾ, ਲੇਕਿਨ ਸ਼ੁਮਿੰਦਰ, ਜੁਝਾਰ, ਅਮਨ ਔਰ ਬਾਕੀ ਸਾਰੇ ਸੱਜਣ, ਸਭ ਦਾ ਬਹੁਤ ਬਹੁਤ ਥੈਂਕਸ ਹੈ। ਲਿਵਿੰਗ ਟ੍ਰੈਜਰ ਦੇ ਪਲੇਟਫਾਰਮ ਤੋਂ ਤੁਸੀਂ ਇਹ ਚੈਰਿਟੀ ਦਾ ਜਿਹੜਾ ਕੰਮ ਕਰ ਰਹੇ ਹੋ, ਇਸ ਚੈਰਿਟੀ ਦਾ ਕੰਮ ਕਰਨ ਵੇਲੇ ਕਿਸੇ ਵੀ ਮਜ਼ਹਬ ਵਾਲੇ, ਕਿਸੇ ਵੀ ਸੰਸਥਾ ਵਾਲੇ ਦੀ ਨਿੰਦਾ ਨਹੀਂ ਕਰਨੀ ਹੈ। ਲੋੜਵੰਦਾਂ ਦੇ ਉੱਤੇ ਪੂਰੀ ਤਰ੍ਹਾਂ ਪੈਸ਼ਨ ਦੇ ਨਾਲ ਸੇਵਾ ਕਰਨ ਜਾਣਾ, ਕੰਮ ਕਰਨਾ ਹੈ। ਆਪਣਾ ਸਮਾਂ, ਟਾਈਮ ਔਰ ਪੈਸਾ, ਤਨ ਮਨ ਧਨ ਸਭ ਕੁਝ ਲਗਾ ਕੇ ਅਸੀਂ ਇਹ ਕੰਮ ਕਰਨਾ ਹੀ ਕਰਨਾ ਹੈ। ਸਾਨੂੰ ਇਹਦੀ ਸ਼ਲਾਘਾ ਮਿਲੇ ਨਾ ਮਿਲੇ, ਇਹਦੇ ਅਗੇਂਸਟ ਕੋਈ ਵੈਸਟਿਡ ਇੰਟਰਸਟ ਨਹੀਂ ਰੱਖਣਾ ਹੈ। ਇਹਦੀਆਂ ਫੋਟੋਆਂ ਪਾ ਕੇ ਆਪਣੀ ਵਾਹਵਾ ਨਹੀਂ ਲੈਣੀ ਹੈ, ਕੋਈ ਮਾਈਲੇਜ ਨਹੀਂ ਲੈਣੀ ਹੈ। ਸਿਰਫ ਨਿਸ਼ਕਾਮ ਸੇਵਾ ਕਰਨੀ ਹੈ, ਵਿਦਾਊਟ ਵੈਸਟਿਡ ਇੰਟਰਸਟ, ਸੈਲਫਲੈਸ ਹੋ ਕੇ। ਹਾਂਜੀ, ਥੈਂਕਸ ਅ ਲॉट। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, खुदा हाफिज, गुड इवनिंग, थैंक यू।